ਤੇ ਉਹ ਕੈਨੇਡਾ ਦੇ ਵਿੱਚ ਰਹਿੰਦੇ ਆ, ਅਸੀਂ ਸਾਰੇ ਕੈਨੇਡਾ ਰਹਿੰਦੇ ਆ ਜੀ। ਤੇ ਉਹਨਾਂ ਨੇ ਆ ਕੇ ਕੁਛ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ, ਉਹਨਾਂ ਨੇ ਪ੍ਰਾਪਰਟੀ ਦਾ ਸੌਦਾ ਕਰ ਲਿਆ। ਸੌਦਾ ਕਰਕੇ ਉਹ ਵੇਚਣ ਲੱਗੇ। ਇਹ ਜਗ੍ਹਾ ਜਿਹੜੀ ਸੀਗੀ ਜਿਹਦੇ ਪਿੱਛੇ ਸਾਰਾ ਡਿਸਪਿਊਟ ਹੈ, ਕਿੱਥੇ ਕੁ ਕਰਕੇ ਜਗ੍ਹਾ ਹੈਗੀ ਹੈ? ਇਹ ਪਿੰਡ ਦੀਪਵਾਲ ਦੇ ਵਿੱਚ ਹੈਗੀ ਜੀ ਜਗ੍ਹਾ। ਜੀ, ਤੇ ਕਿੰਨੀ ਕੁ ਜਗ੍ਹਾ ਹੈ? ਇਹ ਜਿਹੜੀ ਡਿਸਪਿਊਟ ਚੱਲ ਰਹੀ ਹੈ 10 ਏਕੜ ਹੈਗੇ ਆ। ਚਾਚਾ ਜੀ ਤੇ ਮੇਰੇ ਫਾਦਰ ਸਾਹਿਬ ਨੇ, ਉਹਨਾਂ ਨੇ 65 ਕਨਾਲਾਂ ਦਾ ਇਹ ਵੱਡੀ ਇੱਕ ਕੰਪਨੀ ਆ ਉਹਨਾਂ ਨਾਲ ਸੌਦਾ ਕੀਤਾ। ਸੌਦਾ ਕਰਕੇ ਉਹਨਾਂ ਦੇ ਵਿੱਚੋਂ 32 ਕਨਾਲਾਂ ਦੀ ਰਜਿਸਟਰੀ ਕਰਵਾ ਦਿੱਤੀ ਆ, ਬਾਕੀ ਹਜੇ ਪੈਂਡਿੰਗ ਹੈਗੀ ਆ। ਜਿਹੜੇ ਪਰਿਵਾਰ ਦੇ ਬਾਕੀ ਲੋਕ ਹੈ ਉਹ ਇਹ ਆਰੋਪ ਲਗਾ ਰਹੇ ਹੈ ਕਿ ਤੁਸੀਂ ਤੁਹਾਨੂੰ ਬੇਦਖਲ ਕੀਤਾ ਹੋਇਆ ਹੈਗਾ ਤੇ ਤੁਸੀਂ ਫਿਰ ਵੀ ਜਾਣਬੁੱਝ ਕੇ ਆਪਣੇ ਨਿੱਜੀ ਸਵਾਰਥਾਂ ਨੂੰ ਲੈ ਕੇ ਇਹ ਜਿਹਾ, ਕਿਉਂਕਿ ਤੁਹਾਨੂੰ ਪਤਾ ਲੱਗ ਗਿਆ ਕਿ ਪ੍ਰਾਪਰਟੀ ਕਿਸੇ ਵੱਡੇ ਕੋਲੋਨਾਈਜ਼ਰ ਨੂੰ ਵੇਚੀ ਹੈ। ਇਹ ਪ੍ਰਾਪਰਟੀ ਜਿਹੜੀ ਹੈਗੀ ਆ ਇਹ ਸਾਡੀ ਜੱਦੀ ਪੁਸ਼ਤੀ ਪ੍ਰਾਪਰਟੀ। ਜੀ। ਦੂਜੀ ਗੱਲ ਜੀ, ਇਹ ਜਿਹੜੇ ਕਹਿ ਰਹੇ ਹੋ ਬੇਦਖਲ ਕੀਤਾ, ਮੈਨੂੰ ਅੱਜ ਤੱਕ ਬੇਦਖਲ ਦਾ ਨਹੀਂ ਪਤਾ। ਨਾ ਮੈਨੂੰ ਕੋਈ ਉਹਨਾਂ ਨੇ ਕੋਈ ਨੋਟਿਸ ਭੇਜਿਆ ਆ, ਨਾ ਕੋਈ ਕੋਰਟ ਦਾ ਆਰਡਰ ਆ ਵੀ ਬੇਦਖਲ ਕੀਤਾ ਆ। ਜੀ। ਜਾਂ ਤਾਂ ਮੈਨੂੰ ਪਤਾ ਹੋਵੇ। ਕੋਲੇ ਆਧਾਰ ਕਾਰਡ ਹੈਗਾ ਆ ਜੀ। ਆਧਾਰ ਕਾਰਡ ਦੇ ਥੱਲੇ ਇੱਥੇ ਲਿਖਿਆ ਹੈ ਜਸਵਿੰਦਰ ਸਿੰਘ ਢਿੱਲੋਂ ਜੀ। ਉੱਤੇ ਲਿਖਿਆ ਜੀ ਫਾਦਰ ਦਾ ਨਾਮ ਲਿਖਿਆ ਚਮਕੌਰ ਸਿੰਘ ਢਿੱਲੋਂ, ਪਿੰਡ ਦੀਪਵਾਲ। ਜੀ। ਇਹ ਲੇਟੈਸਟ ਆ ਜੀ ਡਾਕੂਮੈਂਟ। ਜੀ। ਕੋਈ ਮੇਰੇ ਪਾਸਪੋਰਟ ਵੀ ਉਹਨਾਂ ਤੇ ਵੀ ਹੈਗਾ, ਬਾਕੀ ਮੈਰਿਜ ਸਰਟੀਫਿਕੇਟ, ਮੇਰੇ ਬੱਚੇ ਦੇ ਸਾਰੇ ਜਿੰਨੇ ਵੀ ਡਾਕੂਮੈਂਟਸ ਮੇਰੇ ਕੋਲ ਕਾਫੀ ਪਏ ਆ ਇਹ ਚੀਜ਼ ਨੂੰ ਪ੍ਰੂਵ ਕਰਨ ਨੂੰ। ਮੇਰੇ ਫਾਦਰ ਚਮਕੌਰ ਸਿੰਘ ਢਿੱਲੋਂ ਹੀ ਆ। ਓਕੇ। ਮੇਰੇ ਹੋਰ ਕੋਈ ਫਾਦਰ ਨਹੀਂਗੇ, ਮੇਰੇ ਫਾਦਰ ਚਮਕੌਰ ਸਿੰਘ ਢਿੱਲੋਂ। ਇੱਕ ਇਹ ਅਡਾਪਸ਼ਨ ਡੀਡ ਹੈ ਜੀ, ਇਹ ਲੇਟੈਸਟ ਮੈਂ ਕਰਵਾ ਕੇ ਲੈ ਕੇ ਆਇਆ ਸੀਗਾ। ਆਪਣੇ ਇਹ ਰਜਿਸਟਰਡ ਹੋਈ ਆ ਕਿੱਥੇ? ਰਾਏਕੋਟ ਦੇ ਵਿੱਚ ਜੀ। ਅੱਛਾ, ਰਾਏਕੋਟ ਦੇ ਹਾਂਜੀ, ਆ ਲੱਗੀ ਹੈ, ਸਟੈਂਪਾਂ ਲੱਗੀਆਂ ਹੋਈਆਂ ਉਹਨਾਂ ਦੇ ਦੋ, ਉਹਨਾਂ ਨੇ ਕੱਢ ਕੇ ਆ ਲੇਟੈਸਟ ਕਢਾਈ ਹੋਈ ਹੈ। ਪਰ ਚਲੋ ਮੈਂ ਮੰਨ ਲੈਂਦਾ ਸਾਰੀਆਂ ਚੀਜ਼ਾਂ ਹੈਗੀਆਂ, ਤੁਹਾਡਾ ਹੋ ਸਕਦਾ ਫੈਮਿਲੀ ਡਿਸਪਿਊਟ ਹੈ, ਇਹ ਸਾਰੇ ਦੇ ਵਿੱਚ ਤੁਸੀਂ ਜਿਹੜੇ ਰੀਅਲ ਐਸਟੇਟ ਕੰਪਨੀ ਹੈ ਜਾਂ ਕੋਲੋਨਾਈਜ਼ਰ ਹੈ ਉਹਨੂੰ ਕਿਉਂ ਘਸੀਟਿਆ ਜਾ ਰਿਹਾ, ਉਹਦੇ ਨਾਮ ਤੇ ਕੰਪਲੇਂਟ ਕਿਉਂ, ਜਦ ਕਿ ਇਹਨਾਂ ਨੂੰ ਪਤਾ ਸੀ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ, ਫਿਰ ਵੀ ਉਹਨਾਂ ਨੇ ਰਜਿਸਟਰੀ ਕਰਵਾਈ। ਇਹ ਕਦੋਂ ਦੀ ਹੈਗੀ ਹੈ? ਰਜਿਸਟਰੀ ਦੇ ਵਿੱਚ ਉਹ ਕੋਈ ਬੰਦਾ ਹੈਗਾ ਆ ਲੋਹਾਰੇ ਦਾ। ਜੀ। ਸਾਡੇ ਪਿੰਡ ਦਾ ਕੋਈ ਗਵਾਹ ਨਹੀਂ ਗਾ, ਨਾ ਚਮਕੌਰ ਸਿੰਘ ਦੇ ਨਾਲ, ਨਾ ਰਣਧੀਰ ਸਿੰਘ ਦੇ ਨਾਲ, ਕਿਉਂਕਿ ਸਾਡੇ ਪਿੰਡ ਦੇ ਵਿੱਚ ਕੋਈ ਗੁਰੂ ਜੇ ਜਾਣਗੇ ਤਾਂ ਕੋਈ ਜੇ ਇਹਨਾਂ ਦੀ ਅਟੈਂਸ਼ਨ ਸੀਗੀ ਬਈ ਆਪਾਂ ਕਿਸੇ ਨੂੰ ਪਤਾ ਨਾ ਲੱਗੇ, ਬਾਹਰੋਂ ਬਾਹਰ ਪ੍ਰਾਪਰਟੀ ਵੇਚ ਕੇ ਭਾਜੀਏ। ਉਹਦੇ ਵਿੱਚ ਜਿਹੜੀ ਆ ਮੈਂ ਵਿਜੀਲੈਂਸ ਵੀ, NRI ਡਿਪਾਰਟਮੈਂਟ ਦੇ ਵਿੱਚ ਵੀ ਉਹ ਕਾਰਵਾਈ ਜਿਨ੍ਹਾਂ ਤੇ ਬਣਦੀ ਆ, ਪਟਵਾਰੀ ਸਾਹਿਬ ਤੇ ਵੀ ਬਣਦੀ ਆ ਜੀ, ਤੇ ਆਪਣੇ SDM ਸਾਹਿਬ ਤੇ ਵੀ ਬਣਦੀ ਆ ਜੀ, ਤੇ ਤਹਿਸੀਲਦਾਰ ਸਾਹਿਬ ਤੇ ਵੀ ਬਣਦੀ ਆ, ਮੇਰੇ ਫਾਦਰ ਚਮਕੌਰ ਸਿੰਘ ਤੇ ਰਣਧੀਰ ਸਿੰਘ ਤੇ ਵੀ ਬਣਦੀ ਆ। ਅੱਛਾ ਜੀ। ਤੇ ਇਹਦੇ ਵਿੱਚ ਜੋ ਕੰਸਟਰਕਸ਼ਨ ਆ ਉਹ ਵੀ ਰੋਕੀ ਜਾਵੇ, ਇਸ ਲਈ ਅਸੀਂ ਐਪਲੀਕੇਸ਼ਨ ਲਾਈ ਸੀ। ਠੀਕ ਹੈ। ਉਹਦੇ ਅਕੋਰਡਿੰਗ ਮੈਨੂੰ ਆ ਸਟੇ ਮਿਲੀ ਆ ਜੀ। ਕਿਹਨੇ ਦਿੱਤੀ ਹੈ ਸਟੇ? ਇਹ ਆਪਣੇ ADC ਸਾਹਿਬ ਤੋਂ ਮਿਲਦੇ ਜੀ। ਪਰ ਤੁਹਾਡਾ ਕੋਰਟ 'ਚ ਕੇਸ ਚੱਲ ਰਿਹਾ ਹੈ, ਤੁਸੀਂ ADC ਤੋਂ ਸਟੇ ਲੈ ਰਹੇ ਹੋ, ਇਹ ਕੀ ਚੱਕਰ? ਇਹ ਚੱਕ ਵੀ ਆਇਆ 1.5 ਸਾਲ ਪਹਿਲਾਂ, ਉਦੋਂ ਵੀ ਮੈਂ ਕੋਰਟਾਂ ਦੇ ਵਿੱਚ ਜਾਂਦਾ ਰਿਹਾ, ਯਾਨੀ ਧੱਕੇ ਹੀ ਖਾ ਰਿਹਾ। ਠੀਕ ਹੈ ਜੀ, ਅੱਜ ਵੀ ਮੈਂ ਧੱਕੇ ਹੀ ਖਾ ਰਿਹਾ, ਉਸੇ ਜਗ੍ਹਾ ਤੇ ਅੱਜ ਖੜਾ ਆ। ਜਦ ਹਰੇਕ ਵਾਰ ਮੈਨੂੰ ਕਹਿ ਦਿੰਦੇ ਆ ਬਈ ਬਹਿਸ ਹੋਊਗੀ, ਬਹਿਸ ਜਿੱਦਣ ਕਹਿੰਦੇ ਲਾਸਟ ਚਾਂਸ, ਜਦੋਂ ਉੱਥੇ ਪਹੁੰਚੀਦਾ ਫਿਰ ਉਹਨਾਂ ਨੂੰ ਰਿਪਲਾਈ ਕਹਿੰਦੇ ਆ, ਰਿਪਲਾਈ ਦਿਓ। ਬਾਹਰੋਂ ਪਤਾ ਲੱਗਿਆ ਹੋਰ ਵੀ ਚੀਜ਼ਾਂ, ਇਹ ਜਿਹੜੀ ਵੱਡੇ ਨੈਕਸਸ ਆ ਨਾ, ਇਹ ਬੰਦੇ ਮੈਨੂੰ ਫਸਾਉਣਾ ਚਾਹੁੰਦੇ ਆ। ਇਹ ਚਾਹੁੰਦੇ ਆ ਬਈ ਇਹਨੂੰ ਕਿਸੇ ਨਾ ਕਿਸੇ ਕੋਈ ਇਹੋ ਜਿਹਾ ਐਲੀਗੇਸ਼ਨ ਲਾ ਦਈਏ ਬਈ ਇਹ ਇੱਥੇ ਜੋਗਾ ਹੀ ਰਹਿ ਜਾਵੇ। ਮੈਂ ਇਸ ਗੱਲੋਂ ਡਰਨ ਵਾਲਾ ਨਹੀਂ ਬਈ ਹਾਂ ਮੈਂ ਆਪਣਾ ਜਿਹੜਾ ਹੱਕ ਆ ਬਈ ਹੱਕ ਛੱਡ ਦੇਵਾਂ, ਜਾਣ ਦੇਵਾਂ ਨਾ। ਮੈਂ ਜਿੰਨਾ ਮੈਂ ਲੜ ਸਕਦਾ ਆਪਣੀ ਲੜਾਈ ਲੜੂੰਗਾ, ਕਾਨੂੰਨੀ ਲੜਾਈ ਲੜੂੰਗਾ, ਜਿੱਥੇ ਤੱਕ ਮੈਂ ਭੱਜ ਸਕਦਾ ਮੈਂ ਭੱਜੂੰਗਾ। ਮਤਲਬ ਤੁਹਾਨੂੰ जनहितैषी TRP नहीं खरीदते, भरोसा जीतते हैं हम। नमस्कार, सत श्री अकाल, आदाब।
ਕਾਰੋਬਾਰੀ ਸ਼ਹਿਰ ਲੁਧਿਆਣੇ ਦੇ ਵਿੱਚ ਆਏ ਦਿਨ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕੋਈ ਨਾ ਕੋਈ ਮਾਮਲਾ ਭਖਿਆ ਰਹਿੰਦਾ। ਤਾਜ਼ਾ ਤੁਹਾਡੇ ਨਾਲ ਜੁੜੇ ਹੈ, ਉਹਦੇ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਇੱਕ NRI ਵੱਲੋਂ ਆਪਣੇ ਪਿਤਾ ਤੇ ਇੱਕ ਨਾਮੀ ਕਲੋਨਾਈਜ਼ਰ ਤੇ ਜ਼ਮੀਨ ਹੜਪਣ ਨੂੰ ਲੈ ਕੇ ਵੱਡੇ ਆਰੋਪ ਲਗਾਏ ਨੇ। ਵਿਜੀਲੈਂਸ ਜਾਂਚ ਵੀ ਸ਼ੁਰੂ ਹੋ ਚੁੱਕੀ ਹੈ ਮਾਮਲੇ 'ਚ, ਜਿਹੋ ਜਿਹੀ ਗੱਲਾਂ ਕਹੀਆਂ ਜਾ ਰਹੀਆਂ ਨੇ। ਸੋ ਇਸ ਸਾਰੇ ਮਾਮਲੇ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ NRI ਨਾਲ ਕੁਝ ਸਵਾਲ ਕਰਨ ਕਿ ਕੀ ਹੈ ਜ਼ਮੀਨੀ ਹਕੀਕਤ, ਥੋੜ੍ਹੀ ਇਸ ਮਾਮਲੇ ਦੀ ਗਹਿਰਾਈ ਤੱਕ ਜਾਣਿਆ ਜਾ ਸਕੇ, ਕਿਉਂਕਿ ਬਹੁਤ ਵੱਡੇ ਦਿਗਜਾਂ ਦੇ ਨਾਮ ਆ ਰਹੇ ਨੇ, ਵੱਡੀ ਸ਼ਖਸੀਅਤਾਂ ਦੇ ਨਾਮ ਆ ਰਹੇ ਨੇ। ਸੋ ਜਾਣਦੇ ਹਾਂ ਜ਼ਮੀਨੀ ਹਕੀਕਤ ਕੀ ਹੈ ਔਰ NRI ਨੂੰ ਦੇ ਦਾਅਵੇ ਜਿਹੜੇ ਕੀਤੇ ਜਾ ਰਹੇ ਉਹ ਕਿੱਥੇ ਤੱਕ ਸਹੀ ਹੈ ਤੇ ਕਿੱਥੇ ਤੱਕ ਝੂਠ ਹੈ। ਸੋ ਗੱਲਬਾਤ ਕਰੀਏ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਤੁਹਾਡਾ ਨਾਮ? ਜਸਵਿੰਦਰ ਸਿੰਘ ਢਿੱਲੋਂ। ਜਸਵਿੰਦਰ ਜੀ, ਕੱਲ੍ਹ ਤੁਸੀਂ ਇੱਕ ਤੁਹਾਡੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀਗਾ, ਗੱਲਬਾਤ ਕੀਤੀ ਗਈ ਹੈ ਕਿ ਵਿਜੀਲੈਂਸ ਦਫ਼ਤਰ ਦੇ ਵਿੱਚ ਤੁਸੀਂ ਪਹੁੰਚੇ ਸੀਗੇ ਕੱਲ੍ਹ ਲੁਧਿਆਣਾ ਦੇ ਜੀ। ਤੇ ਕੀ ਮਾਮਲਾ ਕੀ ਸੀ? ਇਹ ਜੀ ਆਪਣੇ ਇੱਕ ਪ੍ਰਾਪਰਟੀ ਡਿਸਪਿਊਟ ਆ ਸਾਡੀ, ਆਪਣੇ ਜੱਦੀ ਪੁਸ਼ਤੀ ਪ੍ਰਾਪਰਟੀ ਆ, ਉਹਦੇ ਵਿੱਚ ਮੈਂ ਆਪਣੇ ਹੱਕ ਲਈ ਲੜ ਰਿਹਾ ਹਾਂ ਤੇ ਉਹ ਮੈਂ ਅਡੋਪਟ ਕੀਤਾ ਹੈ ਜੀ। ਮੇਰੇ ਫਾਦਰ ਸਾਹਿਬ ਨੇ ਮੈਨੂੰ ਅਡੋਪਟ ਕੀਤਾ, ਚਮਕੌਰ ਸਿੰਘ ਉਹਨਾਂ ਦਾ ਨਾਮ ਆ ਜੀ। ਤੇ ਉਹ ਕੈਨੇਡਾ ਦੇ ਵਿੱਚ ਰਹਿੰਦੇ ਆ, ਅਸੀਂ ਸਾਰੇ ਕੈਨੇਡਾ ਰਹਿੰਦੇ ਆ ਜੀ। ਤੇ ਉਹਨਾਂ ਨੇ ਆ ਕੇ ਕੁਛ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ, ਉਹਨਾਂ ਨੇ ਪ੍ਰਾਪਰਟੀ ਦਾ ਸੌਦਾ ਕਰ ਲਿਆ। ਅੱਛਾ। ਸੌਦਾ ਕਰਕੇ ਉਹ ਵੇਚਣ ਲੱਗੇ ਤੇ ਮੈਨੂੰ ਕੁਛ ਪਤਾ ਲੱਗਿਆ ਉਸ ਬਾਰੇ ਵੀ ਪ੍ਰਾਪਰਟੀ ਵੇਚ ਰਹੇ ਆ। ਫਿਰ ਮੈਂ ਉਹਨਾਂ ਨੂੰ ਨੋਟਿਸ ਵਗੈਰਾ ਸਾਰਿਆਂ ਨੂੰ ਕਰਵਾਇਆ। ਮੇਰੇ ਵਕੀਲ ਸਾਹਿਬ ਨੇ ਜਦ ਕਿ ਮੇਰਾ ਉਹਦਾ ਪ੍ਰਾਪਰਟੀ ਦਾ ਮੇਰੇ ਹੱਕ ਦਾ ਕੇਸ ਕੀਤਾ ਹੈ, ਕੇਸ ਚੱਲ ਰਿਹਾ ਅੱਜ ਵੀ ਕੋਰਟ ਦੇ ਵਿੱਚ ਚੱਲ ਰਿਹਾ। ਤਕਰੀਬਨ 28-29 ਤਰੀਕਾਂ ਪੈ ਚੁੱਕੀਆਂ ਨੇ ਜੀ। ਅਸੀਂ ਉੱਥੇ ਦੇ ਉੱਥੇ ਹੀ ਖੜ੍ਹੇ ਹਾਂ ਜੀ। ਇਹ ਕੇਸ ਜਿਹੜਾ ਤੁਸੀਂ ਫਾਦਰ ਤੇ ਤੁਸੀਂ ਕਹਿ ਰਹੇ ਹੋ ਕੀਤਾ ਹੋਇਆ ਜਾਇਦਾਦ ਦੀ ਜੀ। ਤੇ ਕਦੋਂ ਤੋਂ ਕੇਸ ਕੀਤਾ ਹੋਇਆ? ਇਹ ਜੀ 2020 ਦੇ ਵਿੱਚ ਕੀਤਾ ਸੀਗਾ ਜੀ। ਤੇ ਅੱਜ ਵੀ ਚੱਲ ਰਿਹਾ ਆ, ਅਦਾਲਤ ਦੇ ਵਿੱਚ ਹੀ ਆ ਜੀ। ਤੇ ਰਿਲੀਫ ਤਾਂ ਹਜੇ ਤੱਕ ਕੋਈ ਮਿਲੀ ਜੀ। ਨਹੀਂ, ਪਰ ਹੋ ਸਕਦਾ ਫਿਊਚਰ ਦੇ ਵਿੱਚ ਮਿਲ ਜਵੇ। ਇਹ ਜਗ੍ਹਾ ਜਿਹੜੀ ਸੀਗੀ ਜਿਹਦੇ ਪਿੱਛੇ ਸਾਰਾ ਡਿਸਪਿਊਟ ਹੈ, ਕਿੱਥੇ ਕੁ ਕਰਕੇ ਜਗ੍ਹਾ ਹੈਗੀ ਹੈ? ਇਹ ਪਿੰਡ ਦੀਪਵਾਲ ਦੇ ਵਿੱਚ ਹੈਗੀ ਹੈ ਜੀ ਜਗ੍ਹਾ। ਜੀ। ਤੇ ਕਿੰਨੀ ਕੁ ਜਗ੍ਹਾ ਹੈ? ਇਹ ਜਿਹੜੀ ਡਿਸਪਿਊਟ ਚੱਲ ਰਹੀ ਹੈ 10 ਏਕੜ ਹੈਗੇ ਆ ਇਹਨਾਂ ਦੇ ਵਿੱਚ, ਜਿਹਦਾ ਡਿਸਪਿਊਟ ਚੱਲ ਰਿਹਾ ਮੇਰੇ ਫਾਦਰ ਚਮਕੌਰ ਸਿੰਘ ਦੇ ਨਾਲ। ਓਕੇ। ਤੇ ਜਿਹੜਾ ਹੁਣੇ ਜਿਹੜਾ ਇਹਦੇ ਵਿੱਚ ਤੁਸੀਂ ਆਰੋਪ ਲਗਾਏ, ਕਿੰਨੀ ਕੁ ਜਗ੍ਹਾ ਵੇਚੀ ਜਾ ਚੁੱਕੀ ਹੈ ਤੇ ਕਿੰਨੀ ਕੁ ਪੈਂਡਿੰਗ ਹੈ? ਇਹਦੇ ਵਿੱਚ ਜੀ ਮੇਰੇ ਚਾਚਾ ਜੀ ਤੇ ਮੇਰੇ ਫਾਦਰ ਸਾਹਿਬ ਨੇ, ਉਹਨਾਂ ਨੇ 65 ਕਨਾਲਾਂ ਦਾ ਇਹ ਵੱਡੀ ਇੱਕ ਕੰਪਨੀ ਆ ਉਹਨਾਂ ਨਾਲ ਸੌਦਾ ਕੀਤਾ। ਸੌਦਾ ਕਰਕੇ ਉਹਨਾਂ ਦੇ ਵਿੱਚੋਂ 32 ਕਨਾਲਾਂ ਦੀ ਰਜਿਸਟਰੀ ਕਰਵਾ ਦਿੱਤੀ ਆ, ਬਾਕੀ ਹਜੇ ਪੈਂਡਿੰਗ ਹੈਗੀ ਆ। ਤੇ ਬਟ ਜਿਹੜੀ ਉਹ ਕੰਪਨੀ ਆ ਉਹ ਸਾਰੇ ਤੇ ਹੀ ਕਬਜ਼ਾ ਕਰ ਰਹੀ ਆ, ਆਲੇ ਦੁਆਲੇ ਕੰਧਾਂ ਹੋ ਰਹੀਆਂ ਨੇ ਤੇ ਕੰਮ ਕੰਸਟਰਕਸ਼ਨ ਦਾ ਚੱਲ ਰਿਹਾ ਆ। ਜਦ ਕਿ ਮੇਰੇ ਕੋਲ ਆਪਣੇ ADC ਸਾਹਿਬ ਤੋਂ ਇੱਕ ਹੈਗੇ ਆ ਆਪਣੇ ਅਪੀਲ ਲਾਈ ਸੀ, ਉਹਨਾਂ ਕੋਲੇ ਕੀਤੀ ਸੀਗੀ ਮੈਂ। ਉਹਨਾਂ ਨੇ ਮੈਨੂੰ ਇੱਕ ਮੈਂ ਤੁਹਾਨੂੰ ਇਹ ਦਿਖਾ ਰਿਹਾ ਆ, ਇਹ ਸਟੇ ਸੀਗੀ ਜੀ, ਜੋ ਕਿ ਸਾਰਾ ਕੰਮ ਰੋਕਿਆ ਜਾਣਾ ਚਾਹੀਦਾ ਸੀਗਾ। ਅੱਛਾ ਜੀ। ਤੇ ਨੈਕਸਟ ਹੀਅਰਿੰਗ ਤੱਕ ਜਦ ਵੀ ਜੋ ਹੈਗਾ 14/3/2023 ਆ ਜੀ। ਤੇ ਚਲੋ ਉਹ ਇੱਕ ਵਾਰ ਤਾਂ ਰੋਕ ਦਿੱਤਾ ਸੀਗਾ, ਪਰਸੋਂ ਰੋਕ ਦਿੱਤਾ ਸੀਗਾ, ਕੱਲ ਦੁਬਾਰਾ ਫੇਰ ਕੰਮ ਚੱਲ ਰਿਹਾ ਸੀਗਾ। ਓਕੇ। ਮੈਂ ਥਾਣੇ ਵੀ ਪਹੁੰਚਿਆ SHO ਸਾਹਿਬ ਕੋਲੇ ਜੀ। ਉਹ ਕਹਿੰਦੇ ਵੀ ਇੱਕ ਹੋਰ ਤੁਹਾਨੂੰ ਸਟੇ ਲੈ ਕੇ ਆਉਣੀ ਪਊਗੀ ਕੰਸਟਰਕਸ਼ਨ ਲਈ। ਮੈਂ ਕਿਹਾ ਇਹਦੇ ਵਿੱਚ ਸਭ ਕੁਝ ਲਿਖਿਆ ਹੋਇਆ ਜੀ। ਕੱਲ ਤੁਸੀਂ ਵਿਜੀਲੈਂਸ ਦਫ਼ਤਰ ਗਏ ਸੀਗੇ ਜੀ। ਸੋ ਡਾਇਰੈਕਟ ਗਏ ਸੀ ਜਾਂ ਪਹਿਲਾਂ ਤੁਸੀਂ ਕਿਤੇ ਹੋਰ ਅਪਰੋਚ ਕੀਤਾ ਸੀ? ਤੁਸੀਂ ਨਾਲ ਹੀ ਹੋ, ਧਿਆਨ ਰੱਖਿਓ। ਨਹੀਂ ਜੀ, ਮੈਂ ਆਪਣੇ ਚੰਡੀਗੜ੍ਹ ਪਹੁੰਚਿਆ ਸੀਗਾ ਵਿਜੀਲੈਂਸ ਤੇ, ਆਪਣੇ ADC ਸਾਹਿਬ ਕੋਲੇ। ਉੱਥੋਂ ਫਿਰ ਮਾਰਕ ਕਰਕੇ ਐਪਲੀਕੇਸ਼ਨ ਥੱਲੇ ਆਈ ਸੰਧੂ ਸਾਹਿਬ ਕੋਲ। ਓਕੇ। ਤੇ ਇੱਥੇ ਆਪਣੇ ਜਿਹੜੇ SSP ਸਾਹਿਬ ਉਹਨਾਂ ਨੇ ਮੈਨੂੰ ਬੜਾ ਯਕੀਨ ਦਿਵਾਇਆ ਬਈ ਅਸੀਂ ਤੇਰੀ ਹੈਲਪ ਕਰਾਂਗੇ। ਅੱਛਾ, ਉਹਨਾਂ ਨੇ ਕੋਈ ਬਿਆਨ ਵਗੈਰਾ ਵੀ ਲਿਖੇ ਤੁਹਾਡੇ? ਅਭਿਆਨ ਵੀ ਦਿੱਤੇ ਆ, ਮੈਂ ਜੋ ਮੇਰੇ ਨਾਲ ਹੋਇਆ ਜੋ ਸੀਗਾ ਮੈਂ ਸਾਰੇ ਬਿਆਨ ਦੇ ਵਿੱਚ ਲਿਖਾ ਕੇ। ਓਕੇ। ਸੋ ਮੈਂ ਹੁਣ ਪੁੱਛਣਾ ਚਾਹਾਂਗਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ, ਤੁਸੀਂ ਇੱਕ ਵੱਡੇ ਜਿਵੇਂ ਕਲੋਨਾਈਜ਼ਰ ਤੇ ਨਾਮੀ ਕਲੋਨਾਈਜ਼ਰ ਤੇ ਵੀ ਆਰੋਪ ਲਗਾ ਰਹੇ ਹੋ। ਚਲੋ ਪਰਿਵਾਰਕ ਝਗੜਾ ਤਾਂ ਹੋ ਸਕਦਾ, ਸਮਝ ਲੱਗਦਾ, ਤੁਸੀਂ ਨਾਮੀ ਕਲੋਨਾਈਜ਼ਰ ਦਾ ਵੀ ਨਾਮ ਲੈ ਰਹੇ ਹੋ। ਤੇ ਸਾਡੇ ਨਜ਼ਰਾਂ 'ਚ ਇਹ ਆਇਆ ਕਿ ਤੁਹਾਨੂੰ ਤਾਂ ਸ਼ਾਇਦ ਜਿਵੇਂ ਤੁਸੀਂ ਆਪ ਹੀ ਦੱਸਿਆ ਕਿ ਅਡੋਪਟਡ ਸਨ ਹੈਗੇ ਹੋ ਤੁਸੀਂ, ਪਰ ਜਿਹੜੇ ਪਰਿਵਾਰ ਦੇ ਬਾਕੀ ਲੋਕ ਹੈ ਉਹ ਇਹ ਆਰੋਪ ਲਗਾ ਰਹੇ ਹੈ ਕਿ ਤੁਸੀਂ
ਤੁਹਾਨੂੰ ਬੇਦਖਲ ਕੀਤਾ ਹੋਇਆ ਹੈਗਾ ਤੇ ਤੁਸੀਂ ਫਿਰ ਵੀ ਜਾਣਬੁੱਝ ਕੇ ਆਪਣੇ ਨਿੱਜੀ ਸਵਾਰਥਾਂ ਨੂੰ ਲੈ ਕੇ ਇਹੋ ਜਿਹਾ, ਕਿਉਂਕਿ ਤੁਹਾਨੂੰ ਪਤਾ ਲੱਗ ਗਿਆ ਕਿ ਪ੍ਰਾਪਰਟੀ ਕਿਸੇ ਵੱਡੇ ਕਲੋਨਾਈਜ਼ਰ ਨੂੰ ਵੇਚੀ ਹੈ, ਤੁਸੀਂ ਉਹਦੀ ਸਾਖ ਨੂੰ ਧੱਬਾ ਲਾਉਣ ਲਈ ਇੱਦਾਂ ਦੀਆਂ ਗੱਲਾਂ ਕਰ ਰਹੇ ਹੋ ਤੇ ਆਪਣੇ ਕੋਈ ਵੈਸਟਰਨ ਇੰਟਰਸਟ ਜਿਹੜੇ ਹੈ ਪੂਰੇ ਕਰਨਾ ਚਾਹ ਰਹੇ ਹੋ। ਦੇਖੋ ਸਰ, ਇਹ ਪ੍ਰਾਪਰਟੀ ਜਿਹੜੀ ਹੈਗੀ ਆ, ਇਹ ਸਾਡੀ ਜੱਦੀ ਪੁਸ਼ਤੀ ਪ੍ਰਾਪਰਟੀ ਜੀ। ਦੂਜੀ ਗੱਲ ਜੀ, ਇਹ ਜਿਹੜੇ ਕਹਿ ਰਹੇ ਹੋ ਬੇਦਖਲ ਕੀਤਾ, ਮੈਨੂੰ ਅੱਜ ਤੱਕ ਬੇਦਖਲ ਦਾ ਨਹੀਂ ਪਤਾ। ਨਾ ਜੀ। ਮੈਨੂੰ ਕੋਈ ਉਹਨਾਂ ਨੇ ਕੋਈ ਨੋਟਿਸ ਭੇਜਿਆ ਆ, ਜੀ। ਨਾ ਕੋਈ ਕੋਰਟ ਦਾ ਆਰਡਰ ਆ ਵੀ ਬੇਦਖਲ ਕੀਤਾ ਆ, ਜੀ। ਜਾਂ ਤਾਂ ਮੈਨੂੰ ਪਤਾ ਹੋਵੇ, ਨਾ ਮੈਂ ਕੋਈ ਐਸੀ ਵੈਸੀ ਗੱਲ ਕੀਤੀ ਆ, ਜਾਂ ਉਹਨਾਂ ਨੂੰ ਕੋਈ ਮਾੜਾ ਚੰਗਾ ਕਿਹਾ ਮੈਨੂੰ ਬੇਦਖਲ ਕਰਨ, ਜਾਂ ਉਹਨਾਂ ਦੀ ਸੇਵਾ ਨਹੀਂ ਕੀਤੀ, ਜਾਂ ਮੈਂ ਉਹਨਾਂ ਦੇ ਨਾਲ ਕਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਨਹੀਂ, ਜਾਂ ਉਹਨਾਂ ਦੇ ਬੱਚਿਆਂ ਨੂੰ ਨਹੀਂ ਸਾਂਭਿਆ। ਮੈਂ ਸਾਰੀ ਜਗ੍ਹਾ ਤੇ ਆਪਦੇ ਫਰਜ਼ ਪੂਰੇ ਨਿਭਾਉਂਦਾ ਰਿਹਾ। ਜਾਂ ਤਾਂ ਮੈਂ ਲਾਇਕ ਨਾ ਹੋਵਾਂ, ਜੀ। ਠੀਕ ਆ, ਮਾੜਾ ਹੋਵਾਂ ਤਾਂ ਮੈਨੂੰ ਉਹ ਬੇਦਖਲ ਕਰਨ, ਜੀ। ਉਹ ਵੀ ਬੇਦਖਲ ਕਰਨ ਤਾਂ ਕੋਰਟ ਦੇ ਥਰੂ ਕਰਦੇ ਮੈਨੂੰ ਬੇਦਖਲ, ਜੀ। ਪਰ ਮੈਨੂੰ ਅੱਜ ਤੱਕ ਇਹ ਨਹੀਂ ਕਰਦਾ ਵੀ ਉਹਨਾਂ ਨੇ ਮੈਨੂੰ ਕਿਸੇ ਗੱਲੋਂ ਬੇਦਖਲ ਕੀਤਾ, ਜਾਂ ਮੈਂ ਕੋਈ ਗਲਤੀ ਐਸੀ ਕੀਤੀ ਹੈ ਜਿਨ੍ਹਾਂ ਨੇ ਮੈਨੂੰ ਛੱਡ ਕੇ ਬੇਦਖਲ। ਤੁਸੀਂ ਕਹਿ ਰਹੇ ਹੋ ਕਿ ਮੈਨੂੰ ਪਤਾ ਨਹੀਂ ਹੈਗਾ, ਦੂਜੇ ਪਾਸੋਂ ਧਿਰਾਂ ਤੋਂ ਇਹ ਵੀ ਆਰੋਪ ਲੱਗ ਰਿਹਾ ਕਿ ਜਿਹੜੇ ਤੁਹਾਡੇ ਤਾਜ਼ਾ ਡਾਕੂਮੈਂਟ ਹੈ ਜੀ। ਕਿ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਬੇਦਖਲ ਕੀਤਾ, ਤੁਹਾਨੂੰ ਸਾਰੀ ਨੌਲੇਜ ਹੈਗੀ ਹੈ ਜੀ। ਤੇ ਤੁਹਾਡੇ ਜਿਹੜੇ ਲੇਟੈਸਟ ਜਿਹੜੇ ਪ੍ਰੂਫਸ ਵੀ ਹੈ, ਆਈਡੀ ਪ੍ਰੂਫਸ ਵਗੈਰਾ, ਜਿਹੜੇ ਆਧਾਰ ਕਾਰਡ, ਹੋਰ ਵੀ ਪਾਸਪੋਰਟ ਵਗੈਰਾ, ਉਹ ਸਾਰਿਆਂ ਤੇ ਤੁਹਾਡੇ ਬਾਇਓਲੋਜੀਕਲ ਫਾਦਰ ਦਾ ਨਾਮ ਹੈਗਾ, ਪਰ ਉਹ ਮਤਲਬ ਉਹਨਾਂ ਦਾ ਨਹੀਂ ਹੈ, ਚਮਕੌਰ ਜੀ ਦਾ ਨਹੀਂ ਹੈ। ਉਹਦੇ ਵਿੱਚ ਇੱਕ ਸਰ ਮੈਂ ਤੁਹਾਨੂੰ ਹੁਣੀ ਚੀਜ਼ ਦਿਖਾਉਣਾ ਚਾਹੁੰਦਾ, ਆਪਣੇ ਕੋਲੇ ਆਧਾਰ ਕਾਰਡ ਹੈਗਾ ਹੈ ਜੀ। ਆਧਾਰ ਕਾਰਡ ਦੇ ਥੱਲੇ ਇੱਥੇ ਲਿਖਿਆ ਹੈ ਜਸਵਿੰਦਰ ਸਿੰਘ ਢਿੱਲੋਂ, ਜੀ। ਉੱਤੇ ਲਿਖਿਆ ਜੀ ਫਾਦਰ ਦਾ ਨਾਮ ਲਿਖਿਆ ਹੈ ਚਮਕੌਰ ਸਿੰਘ ਢਿੱਲੋਂ, ਜੀ। ਪਿੰਡ ਦੇਤਵਾਲ। ਜੀ। ਇਹ ਲੇਟੈਸਟ ਹੈ ਜੀ ਡਾਕੂਮੈਂਟ। ਜੀ। ਕੋਈ ਮੇਰੇ ਪਾਸਪੋਰਟ ਵੀ ਆ, ਉਹਨਾਂ ਤੇ ਵੀ ਹੈਗਾ, ਬਾਕੀ ਮੈਰਿਜ ਸਰਟੀਫਿਕੇਟ, ਮੇਰੇ ਜੀ। ਬੱਚੇ ਦੇ ਜੀ। ਸਾਰੇ ਜਿੰਨੇ ਵੀ ਡਾਕੂਮੈਂਟਸ ਮੇਰੇ ਕੋਲ ਕਾਫੀ ਪਏ ਆ ਇਹ ਜੀ। ਚੀਜ਼ ਨੂੰ ਪ੍ਰੂਵ ਕਰਨ ਨੂੰ। ਮੇਰੇ ਫਾਦਰ ਚਮਕੌਰ ਸਿੰਘ ਢਿੱਲੋਂ ਹੀ ਆ, ਓਕੇ। ਮੇਰੇ ਹੋਰ ਕੋਈ ਫਾਦਰ ਨਹੀਂਗੇ, ਮੇਰੇ ਅੱਛਾ। ਫਾਦਰ ਚਮਕੌਰ ਸਿੰਘ ਢਿੱਲੋਂ। ਅੱਛਾ, ਮੈਂ ਇਹ ਪੁੱਛਣਾ ਚਾਹਾਂਗਾ ਕਿ ਇੱਕ ਜਦੋਂ ਤੁਹਾਨੂੰ ਅਡਾਪਟ ਕੀਤਾ ਸੀ ਜੀ ਤੇ ਸਰ। ਕਿ ਉਦਾਂ ਹੀ ਜਿਵੇਂ ਤੁਸੀਂ ਦੱਸਿਆ ਕਿ ਪਰਿਵਾਰ ਦੇ ਲੋਕਾਂ ਦੇ ਵਿੱਚ ਅਡਾਪਟ ਕੀਤਾ ਸੀ, ਮਤਲਬ ਕੋਈ ਫਾਰਮਲੀ ਡਾਕੂਮੈਂਟੇਸ਼ਨ ਵੀ ਹੋਈ ਸੀ ਜਾਂ ਇਦਾਂ ਹੀ ਖਾਲੀ ਗੱਲਾਂ ਬਾਤਾਂ? ਨਹੀਂ ਸਰ, ਉਹਦੇ ਵਿੱਚ ਆਪਣੇ ਕੋਲ ਡਾਕੂਮੈਂਟਸ ਹੈਗੇ ਆ। ਇੱਕ ਇਹ ਅਡਾਪਸ਼ਨ ਡੀਡ ਆ ਜੀ, ਇਹ ਲੇਟੈਸਟ ਮੈਂ ਕਢਵਾ ਕੇ ਲੈ ਕੇ ਆਇਆ ਸੀਗਾ। ਆਪਣੇ ਇਹ ਰਜਿਸਟਰਡ ਹੋਈ ਆ ਕਿੱਥੇ? ਰਾਏਕੋਟ ਦੇ ਵਿੱਚ ਜੀ। ਅੱਛਾ, ਰਾਏਕੋਟ ਦੇ ਰਹਿਣ ਹਾਂਜੀ, ਅੱਛਾ। ਆ ਲੱਗੀ ਹੈ, ਸਟੈਂਪਾਂ ਲੱਗੀਆਂ ਹੋਈਆਂ ਉਹਨਾਂ ਦੇ ਠੀਕ ਹੈ। ਨੋਟ, ਉਹਨਾਂ ਨੇ ਕੱਢ ਕੇ ਆ ਲੇਟੈਸਟ ਕਢਾਈ ਹੋਈ ਹੈ ਜੀ। ਠੀਕ ਹੈ। ਵੀ ਇਹਨੂੰ ਆਪਾਂ ਕਹਿ ਨਹੀਂ ਸਕਦੇ ਵੀ ਇਹ ਕੋਈ ਗਲਤ ਡਾਕੂਮੈਂਟਸ ਆ। Okay. ਪ੍ਰੋਪਰਲੀ ਸਾਰੇ ਪੇਪਰ ਕੀਤੇ ਆ, ਕਿਉਂਕਿ ਮੈਂ ਤਾਂ ਬੱਚਾ ਸੀ ਜਦੋਂ ਇਹਨਾਂ ਨੇ ਅਡਾਪਟ ਕੀਤਾ। ਅੱਛਾ। ਮੈਂ ਤਾਂ ਮੇਰਾ ਤਾਂ ਹੱਕ ਇਹਨਾਂ ਤੇ ਹੀ ਆ, ਜੀ, ਮੈਂ ਠੀਕ ਹੈ ਨਾ, ਮੇਰਾ ਤਾਂ ਹੱਕ ਇਹਨਾਂ ਤੇ ਆ, ਮੇਰੇ ਮਾਪਿਓ ਹੁਣ ਇਹ ਹੈ ਕਿਉਂਕਿ ਇਹਨਾਂ ਨੇ ਮੈਨੂੰ ਅਡਾਪਟ ਕੀਤਾ ਹੈ। ਓਕੇ। ਇੱਕ ਇਹ ਵੀ ਆਰੋਪ ਲੱਗ ਰਹੇ ਨੇ ਕਿ ਜਿਹੜੇ ਤੁਹਾਨੂੰ ਜੇ ਅਡਾਪਟ ਕੀਤਾ ਸੀ ਜਾਂ ਚਲੋ ਮੰਨ ਲਿਆ ਅਡਾਪਟ ਕੀਤਾ ਸੀ ਤੇ ਤੁਹਾਨੂੰ ਬੇਦਖਲ ਕੀਤਾ ਜਾ ਚੁੱਕਾ ਤੇ ਜਿਹੜੀ ਇਹ ਪ੍ਰਾਪਰਟੀ ਹੈ ਇਹ ਉਹਨਾਂ ਦੀ ਆਪਣੀ ਖਰੀਦੀ ਹੋਈ ਪ੍ਰਾਪਰਟੀ ਹੈ, ਇਹਦੇ ਵਿੱਚ ਕਿਤੇ ਵੀ ਤੁਹਾਡਾ ਜੇ ਤੁਹਾਡਾ ਕਿਤੇ ਵੀ ਕੋਈ ਹੱਕ ਨਹੀਂ ਬਣਦਾ, ਤੁਹਾਡਾ ਕੋਈ ਸ਼ੇਅਰ ਨਹੀਂ ਬਣਦਾ। ਨਹੀਂ ਸਰ, ਇਹਦੇ ਵਿੱਚ ਇਹ ਹੈ ਨਾ, ਆ ਆਪਣੇ ਕੋਲ ਹੋਏ ਆ ਜਦੋਂ ਨਾ ਇਹ ਐਕਚੁਅਲੀ 1970 ਦਾ ਮੇਰੇ ਕੋਲ ਕਾਰਡ ਪਿਆ, ਮੇਰੇ ਕੋਲ ਰਜਿਸਟਰੀਆਂ ਦੀਆਂ ਕਾਪੀਆਂ ਪਈਆਂ। ਮੇਰੇ ਦਾਦਾ ਜੀ ਦੇ ਭਰਾ ਦੇ ਨਾਲ ਵੀ ਉਹਨਾਂ ਤੋਂ ਇਹਨਾਂ ਨੂੰ ਮਿਲੀ ਸੀਗੀ ਪ੍ਰਾਪਰਟੀ 30 ਸਟੈਂਡਰਡ ਏਕੜ। ਓਕੇ। ਜਿਹੜੀ ਜਾਇਦਾਦ ਆ ਸਾਡੀ ਸਾਰੀ ਇਹ ਜੱਦੀ ਆ। ਅੱਛਾ। ਕੁਝ ਇਹਦੇ ਵਿੱਚੋਂ ਵੇਚ ਕੇ ਗਾਂ ਜਾਇਦਾਦ ਵੀਰਵੀਂ ਤੋਂ ਵੇਚੀ ਸੀ, ਉਹ ਜਾ ਕੇ ਅਸੀਂ ਗਾਂ ਨੂਰਪੁਰੇ ਖਹਿਰਾ ਬੇਟ ਬਣਾਈ ਸੀ, ਦਵਿੰਦਰ ਸਿੰਘ ਗਾਚੀ ਉਹਨਾਂ ਤੋਂ ਖਰੀਦੀ ਸੀਗੀ ਜੀ। ਤੇ ਉਹ ਵੀ ਕੁਝ ਵੇਚੀ ਆ ਜ਼ਮੀਨ ਗਾਂ, ਫਿਰ ਪਿੰਡ ਲਈ ਪਿੰਡੋਂ ਵੇਚ ਕੇ ਕੁਝ ਬਾਹਰ ਵੀ ਪੈਸੇ ਲੈ ਕੇ ਗਏ। ਜੀ। ਬਾਹਰ ਕਿਸੇ ਨੂੰ ਪੇਮੈਂਟ ਕੀਤੀ ਸੀ, ਕੋਈ ਪ੍ਰਾਪਰਟੀ ਅਸੀਂ ਹੋਰ ਖਰੀਦੀ ਸੀ, ਤਕਰੀਬਨ ਉਹ ਹੈਗੇ ਆ 8 ਕਿੱਲੇ ਹੋਰ ਸੀਗੇ। ਜੀ। ਉਹਦੇ ਵਿੱਚੋਂ ਮੇਰੇ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਸੀ, ਮੇਰੇ ਫਾਦਰ, ਤੇ ਇੱਥੇ ਜਿਹੜੇ ਚਾਚਾ ਰਹਿੰਦੇ ਸੀਗੇ ਉਹਨਾਂ ਨੇ ਮੇਰੇ ਗ੍ਰੈਂਡਫਾਦਰ, ਉਹਨਾਂ ਨੇ ਪੈਸੇ ਭੇਜੇ ਉੱਥੇ ਨੂੰ। ਤਕਰੀਬਨ ਮੇਰਾ ਖਿਆਲ $65,000 ਹੋਣਾ, ਮੈਨੂੰ ਕੁਝ ਚੇਤੇ ਹੈਗਾ ਆ। 10,000 ਡਾਲਰ ਉਹ ਉੱਥੇ ਦਿੱਤਾ ਸੀ ਇਹਨਾਂ ਨੇ ਆਪਦੇ ਕੋਲੋਂ ਜੀ। ਉਹ ਵੀ ਮੇਰੀ ਦਾਦੀ ਦੇ ਕੋਲੇ ਸੀਗੇ ਪੈਸੇ, ਉੱਥੇ ਗਏ ਸੀਗੇ, ਘਰ ਵੀ ਲਿਆ ਸੀਗਾ ਉਹਨਾਂ ਦੇ ਨਾਂ ਤੇ, ਉਹਦੀਆਂ ਵੀ ਮੇਰੇ ਕੋਲ ਡਾਕੂਮੈਂਟਸ ਪਏ ਨੇ, ਉਹ ਵੀ ਮੈਂ ਸ਼ੋਅ ਕਰ ਸਕਦਾ ਆ। ਤੇ ਜਿਹੜੀ ਜਿੰਨੀ ਵੀ ਪ੍ਰਾਪਰਟੀ ਜੋ ਖਰੀਦੀ ਆ, ਇਹ ਪ੍ਰਾਪਰਟੀ ਚੋਂ ਹੀ ਕਮਾ ਕੇ ਜਾਂ ਪ੍ਰਾਪਰਟੀ ਹੀ ਵੇਚ ਕੇ ਗਾਂ ਪ੍ਰਾਪਰਟੀ ਖਰੀਦੀ ਹੋਈ ਆ। ਸਾਡੀ ਸਾਰੀ ਜਿੰਨੀ ਵੀ ਇੱਥੇ ਪਿੰਡ ਦੇਤਵਾਲ ਦੇ ਵਿੱਚ, ਗਹੌਰ ਦੇ ਵਿੱਚ ਪ੍ਰਾਪਰਟੀ ਆ, ਸਾਰੀ ਸਾਡੀ ਜੱਦੀ ਜਾਇਦਾਦ ਆ ਜੀ। ਸਾਨੂੰ ਜਿਹੜੀ ਇਹ ਕਰੰਟ ਜ਼ਮੀਨ ਦੀ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਕਹਿ ਰਹੇ ਹੋ ਕਿ ਇਹ ਵੀ ਪਹਿਲਾਂ ਦੀ ਖਰੀਦੀ ਹੋਈ ਹੈ, ਐਦਾਂ ਤਾਂ ਨਹੀਂ ਕਿ ਇਹ ਪੁਰਾਣੀ ਕੋਈ ਵੇਚ ਕੇ ਨਵੀਂ? ਨਹੀਂ, ਇਹ ਸਰ ਸਭ ਤੋਂ ਪਹਿਲਾਂ ਦੀ ਪ੍ਰਾਪਰਟੀ ਇਹ ਹੈ ਜੀ ਸਾਡੀ। ਅੱਛਾ। ਸਭ ਤੋਂ ਪਹਿਲਾਂ ਦੇਤਵਾਲ ਦੇ ਵਿੱਚ ਪ੍ਰਾਪਰਟੀ ਜਿਹੜੀ ਹੈ ਨਾ, ਸਭ ਤੋਂ ਪਹਿਲਾਂ ਪ੍ਰਾਪਰਟੀ ਇਹ ਆ। ਓਕੇ। ਜਿਹਦਾ ਲਿਟੀਗੇਸ਼ਨ ਚੱਲ ਰਿਹਾ ਨਾ ਜੀ, ਇਹ ਸਭ ਤੋਂ ਪਹਿਲਾਂ ਸਾਡੀ ਇਹ ਪ੍ਰਾਪਰਟੀ। ਪਰ ਚਲੋ ਮੈਂ ਮੰਨ ਲੈਂਦਾ ਸਾਰੀਆਂ ਚੀਜ਼ਾਂ ਹੈਗੀਆਂ, ਤੁਹਾਡਾ ਹੋ ਸਕਦਾ ਫੈਮਿਲੀ ਡਿਸਪਿਊਟ ਹੈ, ਇਹ ਸਾਰੇ ਦੇ ਵਿੱਚ ਤੁਸੀਂ
ਜਿਹੜੇ ਰੀਅਲ ਐਸਟੇਟ ਕੰਪਨੀ ਹੈ ਜਾਂ ਕੋਲੋਨਾਈਜ਼ਰ ਹੈ ਉਹਨੂੰ ਕਿਉਂ ਘਸੀਟਿਆ ਜਾ ਰਿਹਾ, ਉਹਦੇ ਨਾਮ ਤੇ ਕੰਪਲੇਂਟ ਕਿਉਂ, ਜਦ ਕਿ ਤੁਹਾਡਾ ਪਰਿਵਾਰਕ ਹੋ ਸਕਦਾ, ਅਸੀਂ ਮੰਨਦੇ ਹਾਂ ਕਿ ਇੱਕ ਪਰਿਵਾਰ ਦੇ ਵਿੱਚ ਵਾਦ ਵਿਵਾਦ ਹੁੰਦਾ ਹੈ, ਬਹੁਤ ਸਾਰੇ ਅਸੀਂ ਕੇਸ ਦੇਖਦੇ ਹਾਂ, ਪਰ ਇਹਦੇ ਵਿੱਚ ਇੱਕ ਕੋਲੋਨਾਈਜ਼ਰ ਦਾ ਇੱਕ ਕਾਰੋਬਾਰੀ ਦਾ ਕੀ ਲੈਣਾ ਹੈ? ਸਰ ਇਹਦੇ ਵਿੱਚ ਇੱਕ ਚੀਜ਼ ਹੈਗੀ ਆ, ਅਸੀਂ ਜੋ ਮਾਲ ਮਹਿਕਮਾ ਸੀ ਉਹਨਾਂ ਨੂੰ ਵੀ ਅਸੀਂ ਨੋਟਿਸ ਕੀਤੇ ਹੋਏ ਸੀਗੇ, ਨੋਟਿਸ ਭੇਜੇ ਹੋਏ ਆ, ਮੇਰੇ ਕੋਲ ਪਏ ਨੇ, ਦੇਖ ਸਕਦੇ ਹੋ ਤੁਸੀਂ, ਪਟਵਾਰੀ ਨੂੰ ਵੀ ਭੇਜਿਆ, ਤਹਿਸੀਲਦਾਰ ਸਾਹਿਬ ਨੂੰ ਵੀ ਭੇਜੇ ਹੋਏ ਆ। ਇਹ ਕੰਪਨੀ ਨੂੰ ਵੀ ਜਦੋਂ ਇਹਨਾਂ ਨੇ ਰਜਿਸਟਰੀ ਕਰਾਈ ਆ ਉਹਦੇ ਵਿੱਚ ਵੀ ਲਿਖਿਆ ਹੋਇਆ ਸੀਗਾ ਬਈ ਸਾਡਾ ਕੋਈ ਵੀ ਕੇਸ ਅਦਾਲਤ ਦੇ ਵਿੱਚ ਨਹੀਂ ਚੱਲ ਰਿਹਾ, ਜੋ ਕਿ ਇਹਦੇ ਵਿੱਚ ਪੇਪਰਾਂ ਦੇ ਵਿੱਚ ਲਿਖਿਆ ਹੋਇਆ ਵਾ। ਇਹਨਾਂ ਨੂੰ ਪਤਾ ਸੀ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ, ਫਿਰ ਵੀ ਉਹਨਾਂ ਨੇ ਰਜਿਸਟਰੀ ਕਰਵਾਈ। ਇਹ ਕਦੋਂ ਦੀ ਹੈਗੀ ਹੈ? ਇਹ ਦੀ ਰਜਿਸਟਰੀ ਹੋਈ ਆ ਆਪਣੇ 20 ਰੁਪਈਆ ਜੀ 20/10/2022 ਨੂੰ ਤੇ ਰਜਿਸਟਰੀ। ਤੁਹਾਡਾ ਕੇਸ ਕਦੋਂ ਤੋਂ ਚੱਲ ਰਿਹਾ? ਮੇਰਾ ਹੀ ਕੇਸ ਚੱਲ ਰਿਹਾ 2020 ਦੇ ਵਿੱਚ ਚੱਲ ਰਿਹਾ ਜੀ। 2020 ਤੋਂ ਚੱਲ ਰਿਹਾ? ਹਾਂਜੀ, ਮੇਰਾ ਖਿਆਲ 9ਵੇਂ ਮਹੀਨੇ ਤੋਂ ਚੱਲ ਰਿਹਾ। ਕੋਵਿਡ ਤੋਂ ਪਹਿਲਾਂ ਦਾ? ਹਾਂਜੀ, ਕੋਵਿਡ ਤੋਂ ਪਹਿਲਾਂ। ਇਹ ਰਜਿਸਟਰੀ ਦੇ ਵਿੱਚ ਇਹ ਲਿਖ ਰਿਹਾ 2022 ਚ ਕਿ ਕੋਈ ਕੋਈ ਕੋਰਟ ਕੇਸ ਨਹੀਂ ਚੱਲ ਰਿਹਾ ਜੀ। ਦੂਜੀ ਗੱਲ ਇਹ ਹੈ ਜੀ, ਇਹਦੇ ਵਿੱਚ ਧਾਰਾ ਲਾਈ ਹੈ 1908 ਦੇਖ ਲਓ ਜੀ, ਧਾਰਾ 82 ਦੇ ਵਿੱਚ ਸੰਬੰਧੀ ਸਾਨੂੰ ਵੀ ਕੋਈ ਜਾਣਕਾਰੀ ਨਹੀਂ ਜੀ, ਠੀਕ ਹੈ ਨਾ ਜੀ। ਤੇ ਦੂਜੀ ਗੱਲ ਇਹ ਹੈ ਜੀ, ਇੱਕ ਇਹਨਾਂ ਨੇ ਗਵਾਹ ਪਾਇਆ ਜੀ ਇਹਦੇ ਵਿੱਚ ਰਜਿਸਟਰੀ ਦੇ ਵਿੱਚ, ਉਹ ਕੋਈ ਬੰਦਾ ਹੈਗਾ ਆ ਲੋਹਾਰੇ ਦਾ ਜੀ। ਸਾਡੇ ਪਿੰਡ ਦਾ ਕੋਈ ਗਵਾਹ ਨਹੀਂ ਗਾ, ਨਾ ਚਮਕੌਰ ਸਿੰਘ ਦੇ ਨਾਲ, ਨਾ ਰਣਧੀਰ ਸਿੰਘ ਦੇ ਨਾਲ, ਕਿਉਂਕਿ ਸਾਡੇ ਪਿੰਡ ਦੇ ਵਿੱਚ ਕੋਈ ਗੁਰੂ ਜੇ ਜਾਣਗੇ ਤਾਂ ਕੋਈ, ਜੇ ਇਹਨਾਂ ਦੀ ਅਟੈਂਸ਼ਨ ਸੀਗੀ ਬਈ ਆਪਾਂ ਕਿਸੇ ਨੂੰ ਪਤਾ ਨਾ ਲੱਗੇ, ਬਾਹਰੋਂ ਬਾਹਰ ਪ੍ਰਾਪਰਟੀ ਵੇਚ ਕੇ ਭਾਜੀਏ। ਠੀਕ ਹੈ ਜੀ, ਠੀਕ ਹੈ ਜੀ। ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੀ ਨੀਅਤ ਬਦਲੀਆਂ ਸੀ ਤੁਹਾਡੇ ਫੈਮਿਲੀ ਦੀ? ਜੀ ਸਰ। ਤੇ ਪਰ ਉਹਦੇ ਵਿੱਚ ਰੀਅਲ ਐਸਟੇਟ ਕੰਪਨੀ ਦਾ ਕੀ ਕਸੂਰ? ਰੀਅਲ ਐਸਟੇਟ ਕੰਪਨੀ ਦਾ ਤਾਂ ਇਹੀ ਕਸੂਰ ਆ ਜੀ, ਉਹਨਾਂ ਨੂੰ ਪਤਾ ਸੀਗਾ ਜਦੋਂ ਉਹਨਾਂ ਨੇ ਇੰਤਕਾਲ ਕਰਾਉਣਾ ਚਾਹਿਆ, ਇੰਤਕਾਲ ਦੀ ਅਸੀਂ ਰੋਕ ਲਾਉਣੀ ਚਾਹੀ ਆ, ਦੇਖੋ ਲੱਗੀ ਹੋਈ ਆ, ਤੁਹਾਡੇ ਮੇਰੇ ਕੋਲ ਸਾਰੇ ਡਾਕੂਮੈਂਟਸ ਹੈਗੇ ਆ। ਫਿਰ ਮਤਨਾਜਾ ਕਰਕੇ ਐਸਡੀਐਮ ਕੋਲੇ ਭੇਜਤਾ, ਇੱਕੋ ਦਿਨ ਹੀ ਪਹਿਲਾਂ ਮਤਨਾਜਾ ਕਰਕੇ ਭੇਜਿਆ ਆ ਜੀ, ਉਸੇ ਦਿਨ ਹੀ ਸਾਰਾ ਕੁਝ ਕਰਵਾ ਕੇ, ਪੇਪਰ ਅਪਰੂਵ ਕਰਵਾ ਕੇ ਇਹਨਾਂ ਨੇ ਇੰਤਕਾਲ ਚੜਾ ਲਿਆ ਜੀ। ਇਹ ਕੋਈ ਛੋਟੀ ਜੀ ਗੱਲ ਨਹੀਂ, ਇਹ ਵੱਡੇ ਬੰਦੇ ਆ। ਤੁਸੀਂ ਕਹਿ ਰਹੇ ਹੋ ਇੱਕੋ ਦਿਨ ਚ ਇੰਤਕਾਲ ਵੀ ਚੜ ਗਿਆ? ਇੱਕੋ ਦਿਨ ਚ ਜੀ, ਇੱਕੋ ਦਿਨ ਦੇ ਵਿੱਚ ਇਹਨਾਂ ਨੇ ਕੀ ਹੈ, ਵੱਡੇ ਬੰਦੇ ਆ ਜੀ। ਤੁਹਾਨੂੰ ਪਤਾ ਵੱਡੇ ਬੰਦਿਆਂ ਦਾ, ਹੁਣ ਆਪਾਂ ਨਾਮ ਮੈਂ ਅਜੇ ਨਹੀਂ ਲੈਣਾ ਚਾਹੁੰਦਾ, ਸ਼ਾਇਦ ਵੀ ਚਾਂਸ ਦੇ ਦਿੰਦੇ ਆ, ਸ਼ਾਇਦ ਕੋਈ ਗੱਲਬਾਤ ਬਣ ਜਵੇ, ਨਹੀਂ ਹੋਊਗਾ ਤਾਂ ਮੈਂ ਹਾਈਲਾਈਟ ਕਰੂੰਗਾ, ਫਿਰ ਕਰੂੰਗਾ, ਸਾਰਿਆਂ ਦੇ ਨਾਮ ਲਾਉਂਗਾ। ਮੈਂ ਨਹੀਂ ਚਾਹੁੰਦਾ ਕਿਸੇ ਦੀ ਬਿਨਾਂ ਗੱਲ ਤੋਂ ਹੋ ਜੇ ਬਦਨਾਮੀ ਹੋਵੇ। ਪਰ ਤੁਸੀਂ ਵਿਜੀਲੈਂਸ ਦੇ ਵਿੱਚ ਤਾਂ ਉਹਨਾਂ ਦਾ ਨਾਮ ਲਿਖ ਕੇ ਦੇਤਾ ਜੀ, ਇੰਨਾ ਹੀ ਸੀਗਾ, ਤੇ ਇੱਥੇ ਵੀ ਲੈ ਦਿੰਦੇ ਨਾਮ? ਨਹੀਂ ਜੀ, ਉਹ ਫਿਰ ਹਜੇ ਦੇਖਦੇ ਆ ਨਾ, ਹਜੇ ਕਿੱਥੇ ਤੱਕ ਹੈਗਾ, ਉਹ ਵੀ ਆਪਣੇ ਪ੍ਰੂਫ ਲੈ ਕੇ ਆਉਣ, ਮੇਰੇ ਕੋਲ ਵੀ ਜੋ ਪ੍ਰੂਫ ਹੈਗਾ ਮੈਂ ਵੀ ਆਪਣੇ ਦਊਂਗਾ ਨਾ ਜੀ। ਬਾਕੀ ਰਜਿਸਟਰੀ ਜਿਹੜੀ ਹੋਈ ਆ ਉਹ ਤਾਂ ਹੋਈ ਆ, ਹੁਣ ਮੈਂ ਅਮਾਊਂਟ ਵੀ ਨਹੀਂ ਕਹਿਣੀ ਚਾਹੁੰਦਾ ਕਿੰਨੇ ਦਾ ਸੌਦਾ ਹੋਇਆ, ਕਿੰਨੇ ਦੀ ਰਜਿਸਟਰੀ ਹੋਈ ਆ। ਆਪਾਂ ਜੇ ਇਹ ਗੱਲਾਂ ਹਜੇ ਥੋੜਾ ਜਿਹਾ ਟਾਈਮ ਦੇ ਦਿੰਦੇ ਆ, ਨਹੀਂ ਆਪਾਂ ਉਹ ਗਾਂ ਵਾਲੀ ਇੰਟਰਵਿਊ ਦੇ ਵਿੱਚ ਉਹ ਵੀ ਚੀਜ਼ਾਂ ਖੋਲਾਂਗੇ, ਠੀਕ ਹੈ, ਲੈ ਕੇ ਆਵਾਂਗੇ ਸਾਰਾ ਕੁਝ। ਪਰ ਤੁਸੀਂ ਵਿਜੀਲੈਂਸ ਨੂੰ ਸਾਰੇ ਡਾਕੂਮੈਂਟ ਦਿੱਤੇ? ਮੈਂ ਡਾਕੂਮੈਂਟਸ ਦਿੱਤੇ ਜੀ ਸਾਰੇ, ਉਹਦੇ ਵਿੱਚ ਜਿਹੜੀ ਆ ਮੈਂ ਵਿਜੀਲੈਂਸ ਵੀ, ਐਨਆਰਆਈ ਡਿਪਾਰਟਮੈਂਟ ਦੇ ਵਿੱਚ ਵੀ ਉਹ ਕਾਰਵਾਈ ਜਿਨ੍ਹਾਂ ਤੇ ਬਣਦੀ ਆ, ਪਟਵਾਰੀ ਸਾਹਿਬ ਤੇ ਵੀ ਬਣਦੀ ਆ ਜੀ, ਤੇ ਆਪਣੇ ਐਸਡੀਐਮ ਸਾਹਿਬ ਤੇ ਵੀ ਬਣਦੀ ਆ ਜੀ, ਤੇ ਤਹਿਸੀਲਦਾਰ ਸਾਹਿਬ ਤੇ ਵੀ ਬਣਦੀ ਆ, ਮੇਰੇ ਫਾਦਰ ਚਮਕੌਰ ਸਿੰਘ ਤੇ ਰਣਧੀਰ ਸਿੰਘ ਤੇ ਵੀ ਬਣਦੀ ਆ। ਅੱਛਾ ਜੀ, ਠੀਕ ਆ ਜੀ। ਉਹ ਤਾਂ ਚਲੋ ਉਹ ਤਾਂ ਪੁਲਿਸ ਦਾ ਕੰਮ ਹੈ ਨਾ, ਉਹਨਾਂ ਨੇ ਆਪਣਾ। ਮੈਂ ਇਹ ਪੁੱਛਣਾ ਚਾਹਾਂਗਾ, ਇੱਕ ਲਗਾਤਾਰ ਤੁਹਾਡੇ ਵੱਲੋਂ ਇੱਕ ਕਲੇਮ ਕੀਤਾ ਜਾ ਰਿਹਾ ਸੀਗਾ ਕੱਲ ਕਿ ਸਾਨੂੰ ਸਟੇ ਮਿਲ ਗਿਆ, ਹਾਂਜੀ, ਜਦ ਕਿ ਤੁਹਾਡਾ ਸਿਵਲ ਦਾ ਕੋਰਟ ਹੈ, ਤੁਹਾਨੂੰ ਕਿਸੇ ਤਰੀਕੇ ਦਾ ਉਹ ਕਹਿ ਰਹੇ, ਕਲੇਮ ਕਰ ਰਹੇ ਕਿ ਬੇਸਿਕਲੀ ਤੁਹਾਨੂੰ ਪਤਾ ਲੱਗ ਗਿਆ ਕਿ ਵੱਡੇ ਘਰ ਨੂੰ ਕੋਈ ਜ਼ਮੀਨ ਵਿਕ ਗਈ ਹੈ ਤੇ ਤੁਹਾਨੂੰ ਕੋਈ ਸਟੇ ਨਹੀਂ ਮਿਲਿਆ ਹੈ, ਤੁਸੀਂ ਮਿਸਯੂਜ਼ ਕਰ ਰਹੇ ਹੋ, ਗਲਤ ਗੱਲਾਂ ਕਰਕੇ ਜਿਹੜਾ ਗੁੰਮਰਾਹ ਕੀਤਾ ਜਾ ਰਿਹਾ ਜੀ। ਸਰ ਆਹ ਦੇਖੋ ਜੀ, ਮੈਂ ਆਪਣੇ ਏਡੀਸੀ ਸਾਹਿਬ ਦੇ ਐਪਲੀਕੇਸ਼ਨ ਲਾਈ ਸੀਗੀ, ਤੁਸੀਂ ਦੇਖ ਸਕਦੇ ਹੋ। ਕਦੋਂ ਲਗਾਈ ਸੀ? ਇਹ ਲਾਈ ਸੀਗੀ ਆਪਣੇ ਡੇਟ ਮੇਰਾ ਖਿਆਲ ਆ 17/2/2023 ਨੂੰ ਲਾਈ ਸੀਗੀ। ਠੀਕ ਹੈ ਜੀ। ਇਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਵਾ ਵੀ ਜਿਵੇਂ ਵੀ ਹੈਗੀ ਆ ਪ੍ਰਾਪਰਟੀ ਉਵੇਂ ਹੀ ਰਵੇ, ਜਿਹੜੀ ਐਪਲੀਕੇਸ਼ਨ ਆ, ਤੇ ਇਹਦੇ ਵਿੱਚ ਜੋ ਕੰਸਟਰਕਸ਼ਨ ਆ ਉਹ ਵੀ ਰੋਕੀ ਜਾਵੇ, ਇਸ ਲਈ ਅਸੀਂ ਐਪਲੀਕੇਸ਼ਨ ਲਾਈ ਸੀ। ਉਹਦੇ ਅਕੋਰਡਿੰਗ ਮੈਨੂੰ ਆ ਸਟੇ ਮਿਲੀ ਆ ਜੀ। ਅੱਛਾ। ਤੇ ਇਹਦੇ ਵਿੱਚ ਸਟੇ ਜਿਹੜੀ ਮਿਲੀ ਆ ਬਈ ਐਜ਼ ਇਟ ਇਜ਼। ਕਿਹਨੇ ਦਿੱਤੀ ਹੈ ਸਟੇ? ਇਹ ਆਪਣੇ ਏਡੀਸੀ ਸਾਹਿਬ ਤੋਂ ਮਿਲੀ ਜੀ। ਪਰ ਤੁਹਾਡਾ ਕੋਰਟ 'ਚ ਕੇਸ ਚੱਲ ਰਿਹਾ ਹੈ, ਤੁਸੀਂ ਏਡੀਸੀ ਤੋਂ ਸਟੇ ਲੈ ਰਹੇ ਹੋ, ਇਹ ਕੀ ਚੱਕਰ? ਇਹ ਚੱਕਰ ਇਹ ਆ ਜੀ, ਮੈਨੂੰ ਹੁਣ ਤਕਰੀਬਨ 30 ਤਰੀਕਾਂ ਪੈ ਚੁੱਕੀਆਂ ਨੇ, ਕੋਵਿਡ ਤੋਂ ਪਹਿਲਾਂ ਦਾ ਕੇਸ ਚੱਲ ਰਿਹਾ। ਮੈਂ ਬਹੁਤ ਆਪ ਇੱਥੇ ਪਿਛਲੀ ਵਾਰ ਵੀ ਆਇਆ 1.5 ਸਾਲ ਪਹਿਲਾਂ, ਉਦੋਂ ਵੀ ਮੈਂ ਕੋਰਟਾਂ ਦੇ ਵਿੱਚ ਜਾਂਦਾ ਰਿਹਾ, ਯਾਨੀ ਧੱਕੇ ਹੀ ਖਾ ਰਿਹਾ। ਠੀਕ ਹੈ ਜੀ। ਅੱਜ ਵੀ ਮੈਂ ਧੱਕੇ ਹੀ ਖਾ ਰਿਹਾ, ਉਸੇ ਜਗ੍ਹਾ ਤੇ ਅੱਜ ਖੜਾ ਆ। ਹਰੇਕ ਵਾਰ ਮੈਨੂੰ ਕਹਿ ਦਿੰਦੇ ਆ ਬਈ ਬਹਿਸ ਹੋਊਗੀ, ਬਹਿਸ ਜਿੱਦਣ ਕਹਿੰਦੇ ਲਾਸਟ ਚਾਂਸ, ਜਦੋਂ ਉੱਥੇ ਪਹੁੰਚੀਦਾ ਫਿਰ ਉਹਨਾਂ ਨੂੰ ਰਿਪਲਾਈ ਕਹਿੰਦੇ ਆ, ਰਿਪਲਾਈ ਦਿਓ। ਜਾਨੀ ਦੀ ਮੈਂ ਟੋਟਲੀ ਖਰਾਬ ਹੋ ਰਿਹਾ ਇਸ ਸਿਸਟਮ ਦੇ ਵਿੱਚ। ਮਤਲਬ ਤੁਹਾਨੂੰ ਲੱਗ ਰਿਹਾ ਕਿ ਸਾਰੇ ਮਤਲਬ ਨੈਕਸਸ ਹੈ? ਮੈਨੂੰ ਬਸ ਲੁਧਿਆਣਾ ਜੀ, ਮੈਂ ਇਹਦੀ ਗੱਲ ਕਹਿਣੀ ਚਾਹੁੰਦਾ, ਇਹ ਲੁਧਿਆਣਾ ਹੈ, ਇੱਥੇ ਬਹੁਤ ਔਖਾ ਆ ਇਨਸਾਫ ਮਿਲਣਾ। ਮੈਂ ਇੱਕ ਚੀਜ਼ ਤੇ ਬੜਾ ਖੁਸ਼ ਆ, ਇਹ ਜਿਹੜਾ ਆਪਣੇ ਏਡੀਸੀ ਸਾਹਿਬ ਨੇ ਮੈਨੂੰ ਸਟੇ ਦਿੱਤੀ ਆ, ਇਹ ਆਪਣੇ ਜੀ ਹੈਗੇ ਆ ਚਾਬਾ ਸਾਹਿਬ ਜੀ।
ਅੱਛਾ ਬੜੇ ਨਾਈਸ ਰਾਹੁਲ ਚਾਬਾ ਜੀ ਨੇ ਇੰਨੇ ਚੰਗੇ ਇਨਸਾਨ ਆ ਜੀ। ਮੈਂ ਜਦੋਂ ਪਹੁੰਚਿਆ ਲਾਸਟ ਮਿੰਟ ਉਹ ਤੁਰਨ ਲੱਗੇ ਸੀਗੇ ਜਦੋਂ ਮੈਂ ਉਹਨਾਂ ਕੋਲ ਐਪਲੀਕੇਸ਼ਨ ਲੈ ਕੇ ਗਿਆ ਉਹਨਾਂ ਨੂੰ ਮੈਂ ਪਿਕਚਰਾਂ ਦਿਖਾਈਆਂ ਸਾਰਾ ਕੁਝ ਦੇਖਿਆ ਉਹਨਾਂ ਨੇ 1 ਸੈਕਿੰਡ ਲਾਇਆ ਮੈਨੂੰ ਸਟੇ ਦੇਣ ਨੂੰ ਓਕੇ ਕਹਿੰਦੇ ਵੀ ਤੇਰੇ ਨਾਲ ਧੱਕਾ ਹੋ ਰਿਹਾ ਮੈਂ ਕਿਹਾ ਸਰ ਮੈਨੂੰ ਤੁਹਾਡੇ ਤੇ ਉਮੀਦ ਆ ਤੁਸੀਂ ਮੇਰੀ ਹੈਲਪ ਕਰੋਗੇ ਜੀ ਠੀਕ ਆ ਇੱਕ ਮੈਂ ਰੋਣ ਨਹੀਂ ਮੇਰਾ ਨਿਕਲਿਆ ਠੀਕ ਆ ਬਟ ਮੈਂ ਇੰਨਾ ਐਪਰੀਸ਼ੀਏਟ ਉਹਨਾਂ ਨੂੰ ਕਰ ਰਿਹਾ ਆ ਜੀ ਬਈ ਉਹਨਾਂ ਨੇ ਸਟੇ ਦਿੱਤੀ ਆ ਜਿਹੜੀ ਆ ਸਟੇ ਦਾ ਮਤਲਬ ਤਾਂ ਸਟੇ ਆ ਨਾ ਬਿਲਕੁਲ ਠੀਕ ਹੈ ਬਈ ਆ ਜੋ ਵੀ ਐਪਲੀਕੇਸ਼ਨ ਲਾਈ ਸੀ ਆਪਾਂ ਸਟੇ ਆ ਹੁਣ ਪਰਸੋਂ ਕੰਮ ਰੋਕ ਕੇ ਆਏ ਆ ਕੱਲ ਫੇਰ ਕੰਸਟਰਕਸ਼ਨ ਉੱਥੇ ਚੱਲ ਗਿਆ ਫਿਰ ਮੈਂ ਐਸਐਚਓ ਸਾਹਿਬ ਕੋਲੇ ਗਿਆ ਮੈਂ ਕਿਹਾ ਜੀ ਇਹਨਾਂ ਨੂੰ ਬੰਦ ਕਰਵਾਇਆ ਜਾਵੇ ਤੇ ਉਹ ਕਹਿੰਦੇ ਜੀ ਤੁਹਾਨੂੰ ਇੱਕ ਹੋਰ ਵੱਖਰੀ ਸਟੇ ਲੈ ਕੇ ਆਉਣੀ ਲੈਣੀ ਪੈਣੀ ਹੈ ਇਹਨਾਂ ਤੋਂ ਕੰਸਟਰਕਸ਼ਨ ਦੀ ਫਿਰ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਜੀ ਜੇ ਆਪਾਂ ਆ ਵਿੱਚ ਦੇਖੀਏ ਤਾਂ ਬਈ ਇਹਦੇ ਵਿੱਚ ਐਪਲੀਕੇਸ਼ਨ ਤਾਂ ਆਪਾਂ ਲਾਈ ਹੈ ਸਾਰੇ ਕਾਸੇ ਦੀ ਕੰਸਟਰਕਸ਼ਨ ਦੀ ਵੀ ਲਾਈ ਹੈ ਇਹ ਤਾਂ ਸਾਰਾ ਕੁਝ ਐਜ਼ ਇਟ ਇਜ਼ ਸਟਾਪ ਹੋਣਾ ਚਾਹੀਦਾ ਜਿੰਨਾ ਨੈਕਸਟ ਹੀਅਰਿੰਗ ਤੱਕ ਪਰ ਕੋਈ ਮੈਨੂੰ ਉਹਦੇ ਵਿੱਚ ਸਗਾ ਤੇ ਮੈਨੂੰ ਉਹਨਾਂ ਨੇ ਕੁਐਸਚਨ ਨਹੀਂ ਕਹਿੰਦੇ ਨਹੀਂ ਤੂੰ ਚੁੱਪ ਕਰਕੇ ਚਲੇ ਜਾ ਜਾਣੀ ਦੀ ਮੈਨੂੰ ਨਾ ਬਾਹਰੋਂ ਪਤਾ ਲੱਗਿਆ ਹੋਰ ਵੀ ਚੀਜ਼ਾਂ ਇਹ ਜਿਹੜੀ ਵੱਡੇ ਨੈਕਸਸ ਆ ਨਾ ਇਹ ਬੰਦੇ ਮੈਨੂੰ ਫਸਾਉਣਾ ਚਾਹੁੰਦੇ ਆ ਇਹ ਚਾਹੁੰਦੇ ਆ ਬਈ ਇਹਨੂੰ ਕਿਸੇ ਨਾ ਕਿਸੇ ਕੋਈ ਇਹੋ ਜਿਹਾ ਐਲੀਗੇਸ਼ਨ ਲਾ ਦਈਏ ਬਈ ਇਹ ਇੱਥੇ ਜੋਗਾ ਹੀ ਰਹਿ ਜਾਵੇ ਇਹਨਾਂ ਦਾ ਮਤਲਬ ਇਹ ਆ ਕੋਈ ਨਾ ਕੋਈ ਐਲੀਗੇਸ਼ਨ ਲਾ ਕੇ ਕਿਸੇ ਚੱਕਰ ਦੇ ਵਿੱਚ ਕੇਸ-ਕੂਸ ਪਾ ਕੇ ਇਹਨੂੰ ਇੱਥੇ ਬਿਠਾ ਦਈਏ ਇੱਥੋਂ ਨਿਕਲ ਨਾ ਸਕੇ ਦੇਖੋ ਜੀ ਮੈਂ ਮੇਰੀ ਵਾਈਫ ਦੀ ਹੋਈ ਆ ਡੈਥ ਉਹਨੂੰ 3 ਸਾਲ ਹੋ ਗਿਆ ਮੇਰੀ ਬੇਟੀ ਆ 13 ਸਾਲ ਉਹਦੇ ਸਕੂਲ ਤੋਂ ਛੁੱਟੀਆਂ ਕਰਾ ਕੇ ਉਹਦੀ ਹੌਲੀਡੇਜ਼ 2 ਮਹੀਨੇ ਦੀਆਂ ਲੈ ਕੇ ਆਇਆ ਠੀਕ ਆ ਬੱਚਾ ਬਹੁਤ ਬਿਹਾਈਂਡ ਹੋ ਰਿਹਾ ਮੇਰਾ ਬਹੁਤ ਲਾਇਕ ਬੱਚਾ ਆ ਮੈਂ ਉਹਦੀ ਦੇਖਭਾਲ ਕਰਦਾ ਸਾਰਾ ਕੁਝ ਮੈਂ ਹੀ ਕਰਨ ਵਾਲਾ ਆ ਠੀਕ ਆ ਚਲੋ ਮੈਂ ਡਰਦਾ ਨਹੀਂਗਾ ਜੇ ਇਹਨਾਂ ਨੇ ਕੁਝ ਕਰਨਾ ਤਾਂ ਕਰ ਲੈਣ ਮੈਂ ਇਸ ਗੱਲੋਂ ਡਰਨ ਵਾਲਾ ਨਹੀਂ ਬਈ ਹਾਂ ਮੈਂ ਆਪਣਾ ਜਿਹੜਾ ਹੱਕ ਆ ਬਈ ਹੱਕ ਛੱਡ ਦੇਵਾਂ ਜਾਣ ਦੇਵਾਂ ਨਾ ਮੈਂ ਲੇਟ ਜਿੰਨਾ ਮੈਂ ਲੜ ਸਕਦਾ ਆਪਣੀ ਲੜਾਈ ਲੜੂੰਗਾ ਕਾਨੂੰਨੀ ਲੜਾਈ ਲੜੂੰਗਾ ਜਿੱਥੇ ਤੱਕ ਮੈਂ ਭੱਜ ਸਕਦਾ ਮੈਂ ਭੱਜੂਗਾ ਮਤਲਬ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੁਸੀਂ ਡਰੋਗੇ ਬਿਲਕੁਲ ਜੀ ਡਰਾਉਣ ਦੀ ਕੀਤੀ ਗਈ ਆ ਜਿਹੜੇ ਤੁਹਾਡੇ ਮੇਨ ਬਾਇਓਲੋਜੀਕਲ ਫਾਦਰ ਹੈ ਉਹ ਕਿੱਥੇ ਹੈ ਉਹਨਾਂ ਦੇ ਕੋਲ ਕੀ ਹੈ ਉਹ ਵੈਲ ਟੂ ਡੂ ਹੈ ਉਹ ਵੈਲ ਟੂ ਡੂ ਆ ਜੀ ਉਹਨਾਂ ਕੋਲੇ ਵੀ 10 ਕਿੱਲੇ ਜ਼ਮੀਨ ਹੈਗੀ ਆ ਘਰ-ਬਾਰ ਬਹੁਤ ਵਧੀਆ ਬਣਿਆ ਹੋਇਆ ਵਾ ਇੱਥੇ ਹੈਗੇ ਨੇ ਮੇਰੇ ਕੋਲੇ ਬੈਠੇ ਨੇ ਅੱਛਾ ਤੇ ਬਾਕੀ ਉਹਨਾਂ ਦੇ ਮੈਂ ਮਿਲਦਾ ਆ ਉਹਨਾਂ ਦੇ ਨਾਲ ਮੈਂ ਉਹਨਾਂ ਦਾ ਧਿਆਨ ਰੱਖਦਾ ਕਿਉਂਕਿ ਦੇਖੋ ਪੇਰੈਂਟਸ ਹੁੰਦੇ ਆ ਉਹਨਾਂ ਨੇ ਮੈਨੂੰ ਜਨਮ ਦਿੱਤਾ ਹੈ ਇੱਕ ਚੀਜ਼ ਤਾਂ ਹੈਗੀ ਹੈ ਨਾ ਜੇ ਕਿਤੇ ਦੁਨੀਆ ਅੱਜ ਮੈਂ ਦੇਖ ਰਿਹਾ ਉਹਨਾਂ ਦੇ ਕਾਰਨ ਦੇਖ ਰਿਹਾ ਨਾ ਹੁਣ ਕੁਝ ਆਪਣੇ ਹੱਕ ਵੀ ਬਣਦੇ ਹੁੰਦੇ ਆ ਮੇਰਾ ਇਹ ਨਹੀਂਗਾ ਮੇਰੇ ਚਮਕੌਰ ਸਿੰਘ ਵੀ ਮੇਰੇ ਫਾਦਰ ਨੇ ਕਿਉਂਕਿ ਉਹ ਤਾਂ ਉਹਨਾਂ ਨੇ ਮੈਨੂੰ ਅਡਾਪਟ ਕੀਤਾ ਹੈ ਇਹ ਮੇਰੇ ਬਲੱਡ ਰਿਲੇਸ਼ਨ ਆ ਇਹਨਾਂ ਨੇ ਮੈਨੂੰ ਜਨਮ ਦਿੱਤਾ ਹੈ ਠੀਕ ਆ ਮੈਂ ਉਹਨਾਂ ਦੀ ਵੀ ਉਨੀ ਰਿਸਪੈਕਟ ਕਰਦਾ ਇਹਨਾਂ ਦੀ ਵੀ ਉਨੀ ਰਿਸਪੈਕਟ ਕਰਦਾ ਉਹਨਾਂ ਨੂੰ ਕਦੇ ਲੋੜ ਪਊਗੀ ਚਾਹੇ ਚੱਲ ਮੈਨੂੰ ਜੋ ਮਰਜ਼ੀ ਅੱਜ ਕਰਨ ਚਾਹੇ ਮੈਨੂੰ ਕੁਛ ਨਾ ਦੇਣ ਪਰ ਮੈਨੂੰ ਉਮੀਦ ਆ ਮੈਨੂੰ ਮਿਲੂਗਾ ਇਨਸਾਫ ਪਰ ਜੇ ਕੱਲ ਬੁੜੇ ਹੋ ਜਾਂਦੇ ਆ ਕਿਤੇ ਉਹਨਾਂ ਨੂੰ ਲੋੜ ਆ ਮੈਂ ਉਹਨਾਂ ਦੇ ਇਹਨਾਂ ਲਈ ਕਰੂੰਗਾ ਉਹਨਾਂ ਲਈ ਵੀ ਉਹ ਕਰੂੰਗਾ ਉਹਨਾਂ ਲਈ ਉਹ ਕਰੂੰਗਾ ਇਹਨਾਂ ਲਈ ਵੀ ਉਹ ਕਰੂੰਗਾ ਠੀਕ ਹੈ ਮੈਂ ਇੱਥੇ ਗੱਲਬਾਤ ਕਰਨਾ ਚਾਹਾਂਗਾ ਤੁਹਾਡੇ ਨਾਲ ਵਕੀਲ ਸਾਹਿਬ ਬੈਠੇ ਨੇ ਮੇਰੇ ਵਕੀਲ ਸਾਹਿਬ ਸਰ ਵਕੀਲ ਸਾਹਿਬ ਤੁਹਾਡਾ ਪੂਰਾ ਨਾਮ ਮੇਰਾ ਨਾਮ ਜੀ ਗਗਨਦੀਪ ਵਰਮਾ ਜੀ ਗਗਨਦੀਪ ਜੀ ਤੁਸੀਂ ਲਾਅ ਜਾਣਦੇ ਹੋ ਵਕੀਲ ਹੋ ਪੁੱਛਣਾ ਚਾਹਾਂਗੇ ਦੂਸਰੀ ਬਚਾਅ ਪਾਰਟੀ ਜਾਂ ਕਲੋਨਾਈਜ਼ਰ ਪਾਰਟੀ ਜਾਂ ਹੋਰ ਉਹ ਇਹ ਆਰੋਪ ਲਗਾ ਰਹੇ ਕਿ ਇਹਨਾਂ ਕੋਲ ਸਟੇ ਨਹੀਂ ਹੈ ਸੋ ਜਿਹੜਾ ਇਹਨਾਂ ਨੇ ਸਟੇ ਦਿਖਾਇਆ ਕੀ ਤੁਹਾਡੇ ਹਿਸਾਬ ਨਾਲ ਜਿਵੇਂ ਕੋਰਟ 'ਚ ਉਹ ਕਹਿੰਦੇ ਸਿਵਲ ਦਾ ਕੇਸ ਹੈ ਕੋਰਟ 'ਚ ਕੇਸ ਚੱਲ ਰਿਹਾ ਤੇ ਇਹ ਸਟੇ ਵੈਲਿਡ ਨਹੀਂ ਹੈ ਇਹ ਸਰ ਬਿਲਕੁਲ ਵੈਲਿਡ ਹੈ ਜੀ ਅੱਛਾ ਕਿੱਦਾਂ ਇੱਕ ਤਰ੍ਹਾਂ ਦੀ ਕੋਰਟ ਹੀ ਹੈ ਸਰ ਅੱਛਾ ਜੀ ਇਹ ਵੀ ਪੀਸੀਐਸ ਆਫੀਸਰ ਨੇ ਕਲੈਕਟਰ ਸਾਹਿਬ ਨੇ ਠੀਕ ਹੈ ਜੀ ਇਹ ਵੀ ਕੋਰਟ ਹੀ ਹੈ ਸਰ ਜੀ ਹਾਂਜੀ ਸੋ ਇਹ ਵੈਲਿਡ ਹੈਗਾ ਵੈਲਿਡ ਹੈਗਾ ਸੋ ਕੰਸਟਰਕਸ਼ਨ ਰੁਕਣੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ ਤੇ ਤੁਸੀਂ ਕਿੰਨੀ ਕੁ ਦੇਰ ਤੋਂ ਇਹਨਾਂ ਨਾਲ ਜੁੜੇ ਹੋਏ ਹੋ ਮੈਨੂੰ ਹੋ ਗਏ ਜੀ ਅਪਰੋਕਸੀਮੇਟਲੀ 5 ਸਾਲ ਹੋ ਗਏ 5 ਸਾਲ ਹੋ ਗਏ ਸੇ ਤੁਹਾਡੇ ਹਿਸਾਬ ਨਾਲ ਇਸ ਪੂਰੇ ਮਾਮਲੇ 'ਚ ਕੀ ਥੋੜਾ ਜਿਹਾ ਲੀਗਲ ਇਸ਼ੂ ਕੀ ਹੈਗਾ ਲੀਗਲ ਪੁਆਇੰਟ ਆਫ View ਕੀ ਹੈ ਸਰ ਲੀਗਲ ਇਸ਼ੂ ਇਹੀ ਆ ਸਰ ਇਹ ਆਪਣਾ ਰਾਈਟ ਮੰਗਦੇ ਨੇਗੇ 1/6 ਸ਼ੇਅਰ ਮੰਗਦੇ ਨੇ ਡੈਕਲੇਰੇਸ਼ਨ ਦਾ ਕੇਸ ਪਰ ਜਿਵੇਂ ਉਹ ਕਹਿੰਦੇ ਕਿ ਇਹਨਾਂ ਨੂੰ ਤਾਂ ਅਸੀਂ ਬੇਦਖਲ ਕੀਤਾ ਹੋਇਆ ਤਾਂ ਵੀ ਇਹਨਾਂ ਦਾ ਰਾਈਟ ਬਣਦਾ ਹੈ ਕੀਤਾ ਹੋਇਆ ਉਹ ਇਹਨਾਂ ਨੂੰ ਇੰਟੀਮੇਟ ਤਾਂ ਹੋਣਾ ਚਾਹੀਦਾ ਸੀ ਜੇ ਬੇਦਖਲ ਕੀਤਾ ਸੀਗਾ ਅੱਛਾ ਸਾਨੂੰ ਤਾਂ ਇਹ ਚੀਜ਼ ਦਾ ਇਲਮ ਹੀ ਨਹੀਂ ਹੈਗਾ ਓਕੇ ਹਾਂਜੀ ਤੇ ਇਹਨਾਂ ਨੂੰ ਕਦੋਂ ਪਤਾ ਲੱਗਿਆ ਇੰਟੀਮੇਟ ਇਹਨਾਂ ਨੂੰ ਸਰ ਕੱਲ ਜਦੋਂ ਗਏ ਨੇ ਆਫਿਸ ਦੇ ਵਿੱਚ ਵਿਜੀਲੈਂਸ ਆਫਿਸ ਗਏ ਨੇ ਉੱਥੇ ਪਤਾ ਲੱਗਿਆ ਜੀ ਇਹਨਾਂ ਨੂੰ ਅੱਛਾ ਵਿਜੀਲੈਂਸ ਆਫਿਸ ਮਤਲਬ ਉਹਨਾਂ ਨੂੰ ਕਿੱਦਾਂ ਉੱਥੇ ਕਿੱਦਾਂ ਪਤਾ ਲੱਗਿਆ ਵਿਜੀਲੈਂਸ ਆਫਿਸ ਹੀ ਮੇਰਾ ਖਿਆਲ ਆ ਉਹਨਾਂ ਨੇ ਇੱਕ ਪੇਪਰ ਦੀ ਕਟਿੰਗ ਸੀਗੀ ਕੋਈ ਅੱਛਾ ਪਹਿਲਾਂ ਤਾਂ ਉਹਨਾਂ ਨੇ ਐਨਆਰਆਈ ਥਾਣੇ ਦੇ ਵਿੱਚ ਭੇਜੀ ਜੀ ਉਹ ਕਟਿੰਗ ਜਦੋਂ ਐਨਆਰਆਈ ਕੰਪਨੀ ਦੇ ਕੁਝ ਵਕੀਲ ਆਏ ਸੀ ਓਕੇ ਉੱਥੇ ਵੀ ਉਹਨਾਂ ਨੂੰ ਮੈਂ ਸਾਰੀ ਗੱਲ ਦੱਸੀ ਉਹਨਾਂ ਨੇ ਚੱਕ ਕੇ ਆਹ ਕਟਿੰਗ ਪੇਪਰ ਮੈਨੂੰ ਫੜਾਤੀ ਮੈਂ ਕਿਹਾ ਇਹ ਤਾਂ ਮੈਨੂੰ ਪਤਾ ਨਹੀਂਗਾ ਨਾ ਹੀ ਪੇਪਰਾਂ 'ਚ ਕੱਢ ਦੇਣਾ ਵੀ ਬੇਦਖਲੀ ਨਹੀਂ ਹੁੰਦੀ ਬੇਦਖਲ ਕਰਨਾ ਤੁਸੀਂ ਕੋਰਟ ਥਰੂ ਜਾਵੋ ਜੀ ਫੋਲੋ ਪ੍ਰੋਸੀਜਰ ਕਰੋ ਬਿਲਕੁਲ ਉਹਦੇ ਵਿੱਚ ਮੈਨੂੰ ਨੋਟਿਸ ਕਰੋ ਬਈ ਤੈਨੂੰ ਬਈ ਅਸੀਂ ਬੇਦਖਲ ਕਰ ਦਿੱਤਾ ਠੀਕ ਹੈ ਨਾ ਜਦੋਂ ਪੇਪਰ ਦੀ ਇੱਕ ਕਟਿੰਗ ਤਾਂ ਆਪਾਂ ਕੁਝ ਵੀ ਲਿਖ ਸਕਦੇ ਉਹ ਕੋਈ ਮਿਹਨਤ ਨਹੀਂ ਰੱਖਦੀ ਬੇਦਖਲੀ ਮੈਂ ਸਮਝ ਗਿਆ ਬਾਕੀ ਦੂਜੀ ਗੱਲ ਜੇ ਬੇਦਖਲ ਕਹਿੰਦੇ ਆ ਜੀ ਜੇ ਉਹਨਾਂ ਨੇ 2007 ਦੇ ਵਿੱਚ ਮੈਨੂੰ ਬੇਦਖਲ ਕੀਤਾ ਉਸ ਤੋਂ ਬਾਅਦ ਮੇਰੀ ਭੈਣ ਦਾ ਵਿਚਾਲੀ ਦਾ ਵਿਆਹ ਹੋਇਆ ਉੱਥੇ ਜੀ ਉਹਦਾ ਮੈਂ ਆਪਣੀ ਹੱਥੀਂ ਕੀਤਾ
ਮੇਰਾ ਸਾਰਾ ਕੁਝ ਮੇਰੇ ਕੋਲ ਪ੍ਰੂਫ ਪਏ ਆ। ਜਿਹੜੇ ਮੇਰੀ ਮਾਤਾ ਨਵਦੀਪ ਕੌਰ ਤੇ ਚਮਕੌਰ ਫਾਦਰ ਚਮਕੌਰ ਸਿੰਘ, ਉਹਨਾਂ ਦੇ ਮੇਰੇ ਕੋਲ ਅੱਜ ਵੀ ਫੋਨ ਜੋ ਵੀ ਰਿਕਾਰਡ ਪਏ ਆ, ਮੈਨੂੰ ਫੋਨ ਕਰਦੇ ਸੀ। ਹੁਣ ਮੇਰੀ ਸਭ ਤੋਂ ਛੋਟੀ ਭੈਣ ਦਾ ਵਿਆਹ ਹੋਇਆ, ਮੈਨੂੰ ਮੇਰੇ ਘਰੇ ਸਭ ਤੋਂ ਪਹਿਲਾਂ ਮੈਨੂੰ ਕਾਰਡ ਦੇਣ ਆਏ ਆ। ਠੀਕ ਆ, ਮੈਨੂੰ ਸੱਦਿਆ ਗਿਆ ਆ ਵਿਆਹ ਦੇ ਵਿੱਚ। ਫਿਰ ਮੇਰੀ ਮਾਂ ਨੇ ਮੈਨੂੰ ਮੈਸੇਜ ਕੀਤਾ, ਨਵਦੀਪ ਕੌਰ ਨੇ, ਬਈ ਇੰਨੀ ਤਰੀਕ ਨੂੰ ਹੋਊਗਾ, ਇੰਨੀ ਤਰੀਕ ਨੂੰ ਵਿਆਹ ਆ, ਇੰਨਾ ਆ ਵਾ ਸਾਡਾ ਸਾਰਾ ਕੁਛ ਆ। ਠੀਕ ਆ ਨਾ, ਜੇ ਮੇਰੇ ਨਾਲ ਉਹਨਾਂ ਨੇ ਕੋਈ ਨਾਤਾ ਤੋੜਿਆ ਸੀ ਫਿਰ ਮੈਨੂੰ ਕਦੇ ਨਹੀਂ ਸੱਦਿਆ। ਜੇ ਉਹਨਾਂ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਕਾਗਜ਼ਾਂ 'ਚ ਬਿਨਾਂ ਦੱਸੇ ਉਹਨਾਂ ਦੇ ਵਿੱਚ ਸ਼ੈਤਾਨੀ ਹੋਣੀ ਹੈ ਮਨ ਦੇ ਵਿੱਚ, ਬਈ ਇਹ ਕੱਲ ਨੂੰ ਖੜਾ ਹੋਊਗਾ, ਜ਼ਮੀਨ ਮੰਗ ਸਕਦਾ, ਜਾਇਦਾਦ ਦੇ ਵਿੱਚ ਆਪਦਾ ਸ਼ੇਅਰ ਮੰਗ ਸਕਦਾ। ਠੀਕ ਹੈ ਨਾ, ਉਹ ਇਹਨਾਂ ਦਾ ਮਨ 'ਚ ਸ਼ੈਤਾਨੀ ਸੀ। ਉਹਨਾਂ 2007 ਦੇ ਵਿੱਚ ਪੇਪਰ। ਇੱਕ ਆਖਰੀ ਕੁਐਸਚਨ ਸਰ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਇੰਨਾ ਵੱਡਾ ਕਦਮ ਚੱਕਣ ਤੋਂ ਪਹਿਲਾਂ, ਜਿਵੇਂ ਕੋਲੋਨਾਈਜ਼ਰ ਦਾ ਵੀ ਨਾਮ ਲੈ ਦਿੱਤਾ, ਰੀਅਲ ਏਸਟੇਟ ਕੰਪਨੀ ਦਾ, ਕੀ ਤੁਸੀਂ ਉਹਨਾਂ ਨੂੰ ਪਹਿਲਾਂ ਸੰਪਰਕ ਕਰਕੇ, ਕਿਉਂਕਿ ਵੱਡਾ ਨਾਮ ਹੈ, ਬੰਦਾ ਕੋਸ਼ਿਸ਼ ਕਰਦਾ ਕਿ ਯਾਰ ਆਪਾਂ ਹੁਣ ਵੀ ਤੁਸੀਂ ਨਾਮ ਨਹੀਂ ਲੈ ਰਹੇ, ਕਿ ਭਾਈ ਮੈਂ ਉਹਨੂੰ ਜਾ ਕੇ ਮਿਲ ਆਵਾਂ, ਭਾਈ ਆਹ ਦੇਖੋ ਤੁਸੀਂ ਗਲਤ ਕੀਤਾ, ਸਾਡਾ ਇਹ ਹੈਗਾ, ਤੁਸੀਂ ਕੋਸ਼ਿਸ਼ ਨਹੀਂ ਕੀਤੀ ਤਾਲਮੇਲ ਕਰਨ ਦੀ? ਦੇਖੋ ਸਰ, ਉਹਨਾਂ ਨੂੰ ਸਾਰਿਆਂ ਨੂੰ ਪਤਾ ਜਿਹੜੇ ਬੰਦਿਆਂ ਨੇ ਵਿੱਚ ਸੌਦਾ ਕਰਵਾਇਆ ਵਾ ਉਹ ਕੁਝ ਸਾਡੀ ਰਿਸ਼ਤੇਦਾਰੀ ਸੀ। ਅੱਛਾ ਜੀ। ਬਹੁਤ ਨਜ਼ਦੀਕੀ ਸੀਗੇ, ਪਰ ਮੈਂ ਉਹਨਾਂ ਦਾ ਹਜੇ ਨਾਮ ਨਹੀਂ ਲਊਂਗਾ, ਗਾਹ ਲਊਂਗਾ। ਠੀਕ ਹੈ ਨਾ, ਜਿਹੜਾ ਉਹਨਾਂ ਨੇ ਸਭ ਨੂੰ ਪਤਾ ਸੀਗਾ ਵੀ ਇਹਦਾ ਕੋਰਟ ਕੇਸ ਚੱਲ ਰਿਹਾ ਆ, ਉਹ ਇਹਨਾਂ ਨੂੰ ਵੀ ਪਤਾ ਸੀਗਾ। ਇਹ ਨਹੀਂ ਗੱਲ, ਜਿਹੜੀ ਫਰਮ ਆ ਨਾ ਬਹੁਤ ਤਕੜੀ ਫਰਮ ਆ, ਇਹਨਾਂ ਨੂੰ ਸਾਰਾ ਕੁਝ ਪਤਾ ਆ। ਕਿਉਂਕਿ ਚਲੋ ਇਹਨਾਂ ਨੂੰ ਕੁਝ ਸਾਨੂੰ ਫੋਨ ਫਾਨ ਵੀ ਚਲੋ ਆਉਂਦੇ ਰਹੇ ਆ, ਇਹਨਾਂ ਨੂੰ ਪਤਾ ਸੀਗਾ ਵੀ ਤੁਸੀਂ ਨਾ ਕਰੋ। ਮੇਰੇ ਵਕੀਲ ਸਾਹਿਬ ਨੇ ਜਦੋਂ ਰਜਿਸਟਰੀ ਹੋ ਗਈ 32 ਕਨਾਲਾਂ ਦੀ, ਇੰਤਕਾਲ ਹੋਣ ਤੋਂ ਪਹਿਲਾਂ ਇਹਨਾਂ ਨੂੰ ਨੋਟਿਸ ਕੱਢੇ ਆ ਬਈ ਭਾਈ ਇੰਤਕਾਲ ਰੋਕਿਆ ਜਾਵੇ, ਵੀ ਇਹਦਾ ਕੇਸ ਚੱਲਦਾ। ਜੇ ਇਹਨਾਂ ਨੂੰ ਇੰਨਾ ਹੀ ਸੀਗਾ ਵੀ ਹਾਂ ਭਾਈ, ਜੇ ਇਹਨਾਂ ਨੂੰ ਨਹੀਂ ਪਤਾ ਸੀ ਵੀ ਉੱਥੇ ਇੰਤਕਾਲ ਨਾ ਕਰਾਉਂਦੇ, ਰੋਕ ਦੇ। ਓਕੇ, ਠੀਕ ਆ, ਉਹਨਾਂ ਨੇ ਉਹ ਵੀ ਨਹੀਂ ਰੋਕਿਆ। ਜੇ ਤਾਂ ਉਹਨਾਂ ਨੇ ਸਰ ਰੋਕਿਆ ਹੁੰਦਾ ਫਿਰ ਤਾਂ ਆਪਾਂ ਮੰਨਦੇ। ਮੈਂ ਤਾਂ ਕਹਿੰਦਾ ਚੋਰ ਨੇ, ਸਾਰੇ ਰਲੇ ਮਿਲੇ ਨੇ। ਪਰ ਉਹਨਾਂ ਨੂੰ ਕੀ ਲਾਲਚ, ਉਹਨਾਂ ਨੇ ਤਾਂ ਪੈਸੇ ਦੇ ਕੇ ਖਰੀਦਿਆ। ਪੈਸੇ ਦੇ ਕੇ ਤਾਂ ਖਰੀਦੀ ਆ, ਸਮਝਦੇ ਆ ਗੱਲਬਾਤ। ਅਗਲਾ ਲਿਟੀਗੇਸ਼ਨ ਸਸਤੀ ਮਿਲੀ ਆ। ਅੱਛਾ, ਘੱਟ ਤੋਂ ਘੱਟ ਕਰੋੜ ਰੁਪਈਆ ਸਸਤੀ ਮਿਲੀ ਆ। ਠੀਕ ਆ ਨਾ, ਜੇ ਘੱਟ ਤੋਂ ਘੱਟ ਕਿੱਲੇ ਪਿੱਛੇ ਕਰੋੜ ਰੁਪਈਆ ਸਸਤਾ ਮਿਲਿਆ। ਨਾਲੇ ਉਹਨਾਂ ਨੇ ਕਿਹੜਾ ਸਾਰੀ, ਦੇਖੋ ਉਹਨਾਂ ਨੇ 32 ਕਨਾਲਾਂ ਦੀ ਰਜਿਸਟਰੀ ਕਰਾ ਲਈ। ਠੀਕ ਆ ਜੀ, 65 ਕਨਾਲਾਂ ਜ਼ੀਰੋ ਮਾਰਦਾ ਟੋਟਲ ਆ, ਉਹ ਕਬਜ਼ਾ ਸਾਰੀ ਤੇ ਕਰੀ ਜਾਂਦੇ। ਜੇ 32 ਕਨਾਲਾਂ ਦੇ ਕਰਦੇ ਤਾਂ ਗੱਲ ਵੱਖਰੀ ਸੀ। ਇਹ ਤਾਂ ਕਹਿੰਦੇ ਵੀ ਅਸੀਂ ਸਾਰੀ ਦੱਬ ਲਈਏ। ਹੁਣ ਚਾਹੇ ਉਹਨਾਂ ਨੇ ਲਿਖ ਕੇ, ਮੇਰੇ ਫਾਦਰ ਨੇ, ਮੇਰੇ ਚਾਚਾ ਜੀ ਨੇ ਚਾਹੇ ਲਿਖ ਕੇ ਉਹਨਾਂ ਨੂੰ ਕਬਜ਼ਾ ਵੀ ਦਿੱਤਾ ਹੋਵੇ, ਜਦ ਉਹਨਾਂ ਨੂੰ ਪਤਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਉਹ ਬਾਕੀ ਦੇ ਕਿਉਂ ਉਹ ਕਬਜ਼ਾ ਕਰ ਰਹੇ ਆ। ਠੀਕ ਹੈ, ਸੋ ਹੁਣ ਮੰਗ ਕੀ ਹੈ ਤੁਹਾਡੀ? ਮੇਰੀ ਮੰਗ ਹੈ ਜੀ, ਮੈਨੂੰ ਇਨਸਾਫ ਮਿਲੇ, ਮੇਰਾ ਜੋ ਸ਼ੇਅਰ ਬਣਦਾ ਮੈਨੂੰ ਸ਼ੇਅਰ ਮਿਲੇ। ਮੈਂ ਇਸੇ ਪ੍ਰਾਪਰਟੀ ਦੇ ਵਿੱਚੋਂ ਲੈਣਾ ਪਰ ਸ਼ੇਅਰ। ਮੈਂ ਹੋਰ ਇਹ ਕਹਿਣਗੇ ਮੈਨੂੰ ਦੂਜੇ ਪਾਸੇ ਲਓ, ਮੈਂ ਉੱਥੇ ਨਹੀਂ ਜਾਣਾ, ਮੈਂ ਇਸੇ ਪ੍ਰਾਪਰਟੀ 'ਚ ਹੀ ਲੈਣਾ। ਠੀਕ ਹੈ, ਸੀਐਮ ਸਾਹਿਬ ਨੂੰ ਮੇਰੀ ਬਹੁਤ ਅਪੀਲ ਕਰਦਾ, ਦਰਖਾਸਤ ਆ ਬਈ, ਮੈਂ ਚਾਹੁੰਦਾ ਮੈਂ ਰਿਕੁਐਸਟ ਆ ਬਹੁਤ ਜ਼ਿਆਦਾ, ਦਿਲੋਂ ਕਰ ਰਿਹਾ ਆ ਬਈ ਮੈਨੂੰ ਮੇਰੀ ਇੱਥੇ ਸੁਣਵਾਈ ਹੋਵੇ, ਕੋਰਟਾਂ ਕਚਹਿਰੀਆਂ 'ਚ ਵੀ ਹੋਵੇ, ਪੁਲਿਸ ਸਿਸਟਮ ਦੇ ਵੀ ਹੋਵੇ, ਮੈਨੂੰ ਜਸਟਿਸ ਮਿਲੇ, ਮੈਨੂੰ ਜੋ ਮੇਰਾ ਬਣਦਾ ਆ ਰਾਈਟ, ਮੈਨੂੰ ਰਾਈਟ ਮਿਲੇ। ਠੀਕ ਹੈ, ਥੈਂਕ ਯੂ। ਸੋ ਦੋਸਤੋ, ਇਹ ਸੀਗੇ ਸਾਡੇ ਨਾਲ ਜਿਹੜੇ NRI ਭਰਾ ਹੈ, ਜਿਨ੍ਹਾਂ ਨੇ ਕੱਲ੍ਹ ਤੋਂ ਜਿਹੜਾ ਪਿਛਲੇ ਕਾਫੀ ਸਮੇਂ ਤੋਂ, ਜਿਵੇਂ ਉਹ ਦੱਸ ਰਹੇ ਕਿ ਲੰਬੀ ਲੜਾਈ ਲੜ ਰਹੇ ਹੈ, ਪਰਿਵਾਰਕ ਇੱਕ ਜਿਹੜਾ ਚੱਲ ਰਿਹਾ ਝਗੜਾ ਚੱਲ ਰਿਹਾ, ਜਿਹਦੇ ਵਿੱਚ ਆਪਣੇ ਹੱਕ ਦੀ ਲੜਾਈ ਲੜੀ ਜਾ ਰਹੀ ਹੈ, ਔਰ ਉਹਦੇ ਨਾਲ ਹੀ ਕੋਲੋਨਾਈਜ਼ਰ ਨੂੰ ਲੈ ਕੇ ਵੀ ਜਿਹੜਾ ਇਹ ਮਾਮਲਾ ਬਹੁਤ ਜ਼ਿਆਦਾ ਭਖ ਗਿਆ, ਕਿਉਂਕਿ ਨਾਮੀ ਕੋਲੋਨਾਈਜ਼ਰ ਨੂੰ ਜ਼ਮੀਨ ਵੇਚੀ ਗਈ ਹੈ। ਸੋ ਉਸ ਮਾਮਲੇ ਨੂੰ ਵੀ ਲੈ ਕੇ ਇਹ ਮਾਮਲਾ ਬਹੁਤ ਜ਼ਿਆਦਾ ਜਿਹੜਾ ਹੈ ਪੂਰੇ ਦੇ ਪੂਰੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਾਈਲਾਈਟ ਹੋ ਚੁੱਕਾ ਹੈ। ਸੋ ਇਹ ਸੀ ਫਿਲਹਾਲ ਜੋ ਇਹਨਾਂ ਨੇ ਕਿਹਾ। ਜੋ ਹੋਰ ਵੀ ਦੂਸਰੇ ਪੱਖ ਦਾ ਵੀ ਜੋ ਵੀ ਕਹਿਣਾ ਹੋਏਗਾ ਉਹਨੂੰ ਵੀ ਜ਼ਰੂਰ ਜਾਣਾਂਗੇ ਤੇ ਤੁਹਾਡੇ ਤੱਕ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖਦੇ ਰਹੋ, ਬਣੇ ਰਹੋ। ਜਾਣੇ ਤੇ ਧੰਨਵਾਦ।